नमस्कार रीना, कैसे हो आप? ठीक है जी। और कैसा चल रहा है? सर बहुत बढ़िया। कितना टाइम हो गया आपको जॉर्गर्स में? सर मुझे 1.5 साल हो गए। 1.5 साल हो गया। हाँ जी सर। कहाँ से आप बिलोंग करो, थोड़ा सा आप बताएंगे अपने बारे में पहले? हाँ तो जी सर मैं ਹੁਸ਼ਿਆਰਪੁਰ ਡਿਸਟ੍ਰਿਕਟ ਤੋਂ ਦਸੂਹੇ ਲਾਗੇ ਸਾਡਾ ਪਿੰਡ ਹੈ, ਸੰਸਾਰਪੁਰ ਤੋਂ ਬਿਲੋਂਗ ਕਰਦੀ ਹਾਂ ਤੇ ਮੈਂ +2 ਕੀਤੀ ਹੋਈ ਹੈ ਔਰ ਉਸ ਤੋਂ ਬਾਅਦ ਮੈਂ ਕੋਰਸ ਕੀਤਾ ਸੀ GTA ਦਾ। ਅੱਛਾ। ਤੇ ਉਹਨਾਂ ਨੇ ਮੈਂ ਕਾਲਜ ਥਰੂ ਮੈਂ ਜੋਰਗਸ ਕੰਪਨੀ ਜੁਆਇਨ ਕੀਤੀ ਸੀ। ਅੱਛਾ, ਕਿੱਥੋਂ ਦੀ ਕੀਤਾ ਸੀ ਤੁਸੀਂ ਕੋਰਸ? ਸਰ ਹੁਸ਼ਿਆਰਪੁਰ ਮਦਰ ਮੈਰੀ ਕਾਲਜ। ਮਦਰ ਮੈਰੀ ਕਾਲਜ ਤੋਂ ਕੀਤਾ ਸੀਗਾ। ਓਵਰਆਲ ਤੁਹਾਨੂੰ ਹੋਮ ਹੈਲਥ ਕੇਅਰ ਇੰਡਸਟਰੀ 'ਚ ਆ ਕੇ ਕਿੱਦਾਂ ਦਾ ਲੱਗ ਰਿਹਾ? ਪਹਿਲੇ ਤੁਹਾਨੂੰ ਪਤਾ ਸੀ, ਅੱਜ ਤੋਂ ਅਗਰ ਮੈਂ ਤਾਂ ਗੱਲ ਕਵਾਂਗੀ ਅੱਜ ਤੋਂ 2 ਸਾਲ ਪਹਿਲੇ ਵੀ ਤੁਸੀਂ ਜਾਣਦੇ ਸੀ ਇਸ ਸਰ ਇੰਡਸਟਰੀ ਬਾਰੇ? ਨਹੀਂ, ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਸੀ, ਬਟ ਜੋਰਗਸ ਕੰਪਨੀ ਬਹੁਤ ਜ਼ਿਆਦਾ ਵਧੀਆ ਹੈ। ਜਦੋਂ ਵੀ ਆਪਾਂ ਆਏ ਹਾਂ ਜਿੱਦਾਂ, ਤੇ ਸਾਨੂੰ ਬਹੁਤ ਵਧੀਆ ਲੱਗਾ ਆ ਕੇ, ਮਤਲਬ ਸਾਨੂੰ ਕੰਫਰਟੇਬਲ ਫੀਲ ਹੁੰਦਾ। ਸਾਨੂੰ ਡਿਊਟੀ ਤੇ ਕੋਈ ਘੁਟਨ ਨਹੀਂ ਮਹਿਸੂਸ ਹੁੰਦੀ। ਜਿੱਦਾਂ ਸਾਨੂੰ ਡਿਊਟੀ ਕਰਦੇ ਟਾਈਮ ਕੋਈ ਪ੍ਰੋਬਲਮ ਨਹੀਂ ਹੁੰਦੀ, ਕੋਈ ਵੀ ਪ੍ਰੋਬਲਮ ਹੋਵੇ ਸਾਨੂੰ ਮਤਲਬ ਸੁਪਰਵਾਈਜ਼ਰਸ ਹੁੰਦੇ ਆ, ਉਸੇ ਟਾਈਮ ਸਾਡੀ ਪ੍ਰੋਬਲਮ ਸੋਲਵ ਕਰ ਦਿੰਦੇ ਆ। ਇਹ ਨਾ ਮੈਂ ਮਤਲਬ ਥੋੜ੍ਹਾ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੇਰਾ ਕਿਆ ਰੀਜ਼ਨ ਹੈ ਕਿ ਮੈਂ ਤੁਹਾਡੇ ਨਾਲ ਮਿਲਣਾ ਚਾਹੁੰਦਾ ਸੀ। ਪਹਿਲੇ ਤਾਂ ਬਹੁਤ ਬਹੁਤ ਥੈਂਕਸ ਕਿ ਤੁਸੀਂ ਟਾਈਮ ਕੱਢਿਆ, ਤੁਸੀਂ ਆਏ ਹੋ। ਸਾਡਾ ਮੇਨ ਆਬਜੈਕਟਿਵ ਸੀ ਕਿ ਇੱਕ ਤਾਂ ਪਹਿਲੀ ਗੱਲ ਤੁਹਾਨੂੰ ਆਪਣੇ ਪ੍ਰੋਫੈਸ਼ਨ ਦੀ ਵੈਲਿਊ ਪਤਾ ਹੋਣੀ ਚਾਹੀਦੀ ਹੈ। ਕਈ ਵਾਰੀ ਮੈਂ ਪਹਿਲੇ ਵੀ ਰਿਕਾਰਡਿੰਗਸ ਕੀਤੀਆਂ ਹੈ ਕਿ ਜਿਹਦੇ 'ਚ ਮੈਂ ਗੱਲ ਕਰਦਾ ਕਿ ਅੱਜ ਦੀ ਡੇਟ 'ਚ ਇੰਡੀਆ 'ਚ ਓਲਡ ਏਜ ਪੋਪੂਲੇਸ਼ਨ ਬਹੁਤ ਜ਼ਿਆਦਾ ਵਧਣੀ ਸ਼ੁਰੂ ਹੋ ਗਈ। ਮਤਲਬ ਆਪਾਂ ਕਹੀਏ ਕਿ ਬਜ਼ੁਰਗ ਬਹੁਤ ਜ਼ਿਆਦਾ ਹੋ ਰਹੇ ਨੇ, ਔਰ ਜੈਸੇ ਜੈਸੇ ਬਜ਼ੁਰਗ ਹੋ ਰਹੇ ਨੇ ਤੇ ਅੱਜ ਕੱਲ੍ਹ ਸੋਸਾਇਟੀ ਆਪਣੀ ਇਸ ਤਰੀਕੇ ਨਾਲ ਮੂਵ ਹੋ ਰਹੀ ਹੈ ਕਿ ਬੱਚੇ ਆਪਣੇ ਪੇਰੈਂਟਸ ਨਾਲ ਰਿਲੇਟਿਵਲੀ ਘੱਟ ਹੁੰਦੇ ਨੇ। ਕੁਝ ਲੋਕੀ ਆਪਣੇ ਸ਼ਹਿਰ ਛੱਡ ਦਿੰਦੇ ਨੇ, ਮਤਲਬ ਜਿਵੇਂ ਕੋਈ ਚੰਡੀਗੜ੍ਹ ਦਾ ਬੰਦਾ ਹੈ ਉਹ ਦਿੱਲੀ ਚਲਾ ਗਿਆ, ਦਿੱਲੀ ਦਾ ਬੰਦਾ ਬੈਂਗਲੌਰ ਚਲਾ ਗਿਆ, ਜਾਂ ਉਹ ਕੋਈ ਬਾਹਰ ਵਿਦੇਸ਼ਾਂ 'ਚ ਚਲੇ ਜਾਂਦੇ ਨੇ। ਕੋਈ ਅਮਰੀਕਾ ਬੈਠਾ ਹੈ, ਕੋਈ ਕੈਨੇਡਾ ਬੈਠਾ ਹੈ। ਤੇ ਜਿਹੜੇ ਪੇਰੈਂਟਸ ਹੁੰਦੇ ਨੇ ਜਾਂ ਉਹਨਾਂ ਦੇ ਜਿਹੜੇ ਅੱਗੇ ਦਾਦਾ ਦਾਦੀ ਹੁੰਦੇ ਨੇ, ਉਹ ਇੱਕ ਏਜ 'ਚ ਜਾ ਕੇ ਇਕੱਲੇ ਰਹਿ ਜਾਂਦੇ ਨੇ। ਇਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਇਸ ਸਰਵਿਸਿਜ਼ ਦੀ ਅੱਜ ਦੀ ਡੇਟ 'ਚ ਲੋੜ ਹੈ। ਔਰ ਜ਼ਿਆਦਾਤਰ ਲੋਕ ਜਿਹੜੇ ਸਾਡੇ ਕੋਲ ਆਉਂਦੇ ਨੇ ਉਹ ਮੋਸਟਲੀ ਆਪਣੀ ਇੱਕ ਜਿਹਨੂੰ ਕਹਿੰਦੇ ਨੇ ਇਮੋਸ਼ਨਲ ਨੀਡਸ ਲਈ ਵੀ ਆਉਂਦੇ ਨੇ, ਫਿਜ਼ੀਕਲ ਨੀਡਸ ਲਈ ਵੀ ਆਉਂਦੇ ਨੇ। ਔਰ ਜਦੋਂ ਉਹਨਾਂ ਨੂੰ ਲਾਰਜਲੀ ਇੱਕ ਹੈਲਥ ਕੇਅਰ ਐਪੀਸੋਡ ਕਰਾਂ 'ਚ ਹੋ ਜਾਂਦੇ ਨੇ, ਉਦੋਂ ਵੀ ਉਹ ਸਾਡੇ ਕੋਲ ਰਿਕੁਐਸਟ ਕਰਦੇ ਨੇ। ਆਈ ਥਿੰਕ ਦਿਸ ਇਜ਼ ਦਾ ਟਾਈਮ ਜਦੋਂ ਤੁਹਾਡੇ ਵਰਗਾ ਜਿਹੜਾ ਯੂਥ ਹੈ, ਜਿਹਦੇ ਕੋਲ ਲਾਈਫ 'ਚ ਹੋਰ ਵੀ ਓਪਰਚੁਨਿਟੀਜ਼, ਆਈ ਐਮ ਅਜ਼ਿਊਮਿੰਗ ਕਿ, ਔਰ ਆਈ ਐਮ ਅਜ਼ਿਊਮਿੰਗ ਬਟ ਆਈ ਐਮ ਵੈਰੀ ਸ਼ੋਰ ਕਿ ਜਿੱਦਾਂ ਤੁਸੀਂ ਇੱਥੇ ਕੰਮ ਕੀਤਾ ਪੂਰੇ 1.5 ਸਾਲ 'ਚ, ਤੁਹਾਡੇ ਕੋਲ ਹੋਰ ਵੀ ਬਹੁਤ ਓਪਰਚੁਨਿਟੀਜ਼ ਹੋ ਸਕਦੀਆਂ ਸੀ, ਬਟ ਤੁਸੀਂ ਡਿਸਾਈਡ ਕੀਤਾ ਕਿ ਮੈਂ ਹੋਮ ਹੈਲਥ ਕੇਅਰ ਜਾਵਾਂਗੀ। ਅਤੇ ਇਹ ਇੱਕ ਬਹੁਤ ਹੀ ਇੰਪੋਰਟੈਂਟ ਡਿਸੀਜਨ ਹੈ, ਸਪੈਸ਼ਲੀ ਫॉर ਦੋਜ਼ ਪੀਪਲ ਜਿਨ੍ਹਾਂ ਨੂੰ ਇਹਨਾਂ ਦੀ ਸਰਵਿਸਿਜ਼ ਦੀ ਲੋੜ ਹੈ ਨਾ। ਕਿਉਂਕਿ ਇਸ ਜਿਹੜੀ ਹੈ ਸਾਡੀ ਪੋਡਕਾਸਟ ਜਾਂ ਡਿਸਕਸ਼ਨ ਅਸੀਂ ਕਰ ਰਹੇ ਹਾਂ, ਇਹਦਾ ਮੇਨ ਪ੍ਰਿੰਸੀਪਲ ਆਬਜੈਕਟਿਵ ਹੀ ਇਹੀ ਹੈ ਕਿ ਲੋਕਾਂ ਨੂੰ ਪਤਾ ਲੱਗੇ ਕਿ ਕਿੱਦਾਂ ਦੇ ਬੱਚੇ ਨੇ ਜਿਹੜੇ ਅੱਜ ਦੀ ਡੇਟ 'ਚ ਯੂਥ ਜੋ ਡਿਸਾਈਡ ਕਰ ਰਿਹਾ ਇਸ ਇੰਡਸਟਰੀ ਜਾਣ ਦਾ। ਉਹਦੇ ਨਾਲ ਅਸੀਂ ਇਹ ਵੀ ਗੱਲ ਕਰਾਂਗੇ ਕਿ ਤੁਹਾਨੂੰ ਕਿੱਦਾਂ ਦੀਆਂ ਦਿੱਕਤਾਂ ਜਾਂ ਪ੍ਰੋਬਲਮਸ ਆਉਂਦੀਆਂ ਨੇ, ਨਾਟ ਜਸਟ ਵਿਦ ਮੇਬੀ ਕੰਪਨੀ, ਬਟ ਆਈ ਵੁੱਡ ਸੇ ਕਿ ਜਦੋਂ ਤੁਸੀਂ ਘਰਾਂ 'ਚ ਜਾਂਦੇ ਹੋ ਤਾਂ ਤੁਸੀਂ ਫੈਮਿਲੀ ਤੋਂ ਕੀ ਐਕਸਪੈਕਟ ਕਰਦੇ ਹੋ, ਹੈ ਨਾ। ਕਿ ਫੈਮਿਲੀ ਨਾਲ ਕੈਸੀ ਬੌਂਡਿੰਗ ਹੋਣੀ ਚਾਹੀਦੀ ਹੈ। ਮਤਲਬ ਨੈਚੁਰਲੀ ਤੁਸੀਂ ਵੀ ਅਗਰ ਤੁਹਾਡੇ ਤੋਂ ਕੋਈ ਕੰਮ ਐਕਸਪੈਕਟਡ ਹੈ ਕਿ ਤੁਸੀਂ ਵੀ ਕੁਛ ਨਾ ਕੁਛ ਐਕਸਪੈਕਟ ਕਰਦੇ ਹੋ ਫੈਮਿਲੀ ਤੋਂ, ਕਿ ਜਿਨ੍ਹਾਂ ਦੇ ਘਰਾਂ 'ਚ ਆਪਾਂ ਜਾਂਦੇ ਹਾਂ। ਐਂਡ ਥਰਡਲੀ ਆਪਾਂ ਗੱਲ ਕਰਾਂਗੇ ਕਿ ਕਿੱਦਾਂ ਤੁਹਾਡੇ ਵਰਗਾ ਹੋਰ ਯੂਥ ਜਿਹੜਾ ਇਸ ਚੀਜ਼ ਨੂੰ ਦੇਖੇ, ਥੋੜ੍ਹਾ ਜਿਹਾ ਇੰਸਪਾਇਰ ਫੀਲ ਕਰੇ ਕਿ ਅਗਰ ਤੁਸੀਂ ਡਿਸਾਈਡ ਕੀਤਾ ਇਸ ਇੰਡਸਟਰੀ 'ਚ ਬਣਨ ਦਾ, ਤੁਸੀਂ ਇਸ ਇੰਡਸਟਰੀ ਦਾ ਫਿਊਚਰ ਕੀ ਦੇਖਦੇ ਹੋ, ਔਰ ਕਿੱਦਾਂ ਤੁਸੀਂ ਬਾਕੀਆਂ ਨੂੰ ਵੀ ਇਹ ਗੱਲ ਕਹਿਣਾ ਚਾਹੋਗੇ ਕਿ ਇਸ ਇੰਡਸਟਰੀ ਦਾ ਪਾਰਟ ਬਣਨਾ ਚਾਹੀਦਾ ਜਾਂ ਨਹੀਂ ਬਣਨਾ ਚਾਹੀਦਾ। ਸੋ ਉਸ ਤਰੀਕੇ ਨਾਲ ਅਸੀਂ ਇੱਕ ਇੱਕ ਕਰਕੇ ਇਹਦੇ ਬਾਰੇ ਗੱਲ ਕਰਾਂਗੇ। ਸੋ ਪਹਿਲੇ ਤੁਸੀਂ ਇਹ ਦੱਸੋ ਕਿ ਮਤਲਬ ਤੁਹਾਨੂੰ ਆਪਣੀ ਜਰਨੀ 1.5 ਸਾਲ 'ਚ ਤੁਸੀਂ ਮੋਟਾ ਕਿੰਨੇ ਪੇਸ਼ੈਂਟ ਦੇਖੇ ਹੋਣਗੇ ਅਜੇ ਤੱਕ? ਸਰ 1.5 ਸਾਲ 'ਚ ਮੈਂ ਕਮ ਸੇ ਕਮ 6-7 ਪੇਸ਼ੈਂਟ ਦੇਖ ਲਏ ਆ, ਬਟ ਇੱਕ ਘਰ ਹੈ ਕਿ ਜਿੱਥੇ ਉਹਨਾਂ ਨੇ ਮੈਨੂੰ, ਮੈਂ ਪੱਕਾ ਹੀ ਹੈ, ਮੇਰੀ ਮਤਲਬ 11 ਮਹੀਨੇ ਤਾਂ ਹੋ ਹੀ ਗਏ ਮੇਰੇ ਉੱਥੇ ਪੱਕਾ ਡਿਊਟੀ ਨੂੰ। ਤੇ ਉਹ ਮੈਨੂੰ ਤਾਂ ਉਹ ਘਰ ਵੀ ਨਹੀਂ ਜਾਣ ਦਿੰਦੇ। ਉਹ ਕਹਿੰਦੇ ਨਹੀਂ ਵੀ ਘੱਟ ਛੁੱਟੀਆਂ ਲੈ, ਘੱਟ ਜਾ। ਮਤਲਬ ਮੈਨੂੰ ਇੰਨਾ ਕੰਫਰਟੇਬਲ ਆ, ਈਵਨ ਕਿ ਮੈਂ ਵੀ ਉਹਨਾਂ ਨਾਲ ਬਹੁਤ ਜ਼ਿਆਦਾ ਕੰਫਰਟੇਬਲ ਫੀਲ ਕਰਦੀ ਹਾਂ। ਕਿ ਥੋੜਾ ਉਸ ਪੇਸ਼ੈਂਟ ਨੇ ਫੈਮਿਲੀ ਬਾਰੇ ਦੱਸਣਾ ਚਾਹੋਗੇ ਕੁਝ? ਥੋੜਾ ਦੱਸੋ ਕੌਣ ਕਿਹਦੇ ਲਈ ਕੇਅਰ ਕਰ ਰਿਹਾ ਹੈ? ਮੇਲ ਪੇਸ਼ੈਂਟ ਹੈ ਮੇਰਾ, ਬਟ ਉਹਨਾਂ ਦੀ ਫੈਮਿਲੀ ਬਹੁਤ ਜ਼ਿਆਦਾ ਵਧੀਆ ਹੈ ਕਿ ਮੈਨੂੰ ਕਦੀ ਉਹਨਾਂ ਨੇ ਸਟ੍ਰਿਕਟਲੀ ਨਹੀਂ ਕਿਹਾ ਵੀ ਇਹ ਕੰਮ ਕਰਨਾ ਹੈ। ਉਹ ਕਹਿੰਦੇ ਕੋਈ ਨਹੀਂ, ਜੇ ਕਿਤੇ ਗਲਤੀ ਵੀ ਹੋ ਗਈ ਕੋਈ ਗੱਲ ਨਹੀਂ, ਅਸੀਂ ਕਰ ਦਾਂਗੇ। ਤੇ ਉਹਨਾਂ ਨੇ ਮੈਨੂੰ ਬਹੁਤ ਜਿੱਦਾਂ ਕੰਫਰਟੇਬਲ ਫੀਲ ਕਰਵਾਉਂਦੇ ਕਿ ਮੈਂ ਆਪਣੇ ਪਰਿਵਾਰ 'ਚ ਹੀ ਹਾਂ, ਇੱਦਾਂ ਮੈਨੂੰ ਫੀਲ ਕਰਵਾਉਂਦੇ ਆ। ਤੇ ਮੈਨੂੰ ਵੀ ਉਹਨਾਂ 'ਚ ਇੱਦਾਂ ਲੱਗਦਾ ਨਹੀਂ ਕਿ ਮੈਂ ਡਿਊਟੀ ਕਰ ਰਹੀ ਹਾਂ, ਮੈਨੂੰ ਘਰ ਹੀ ਇੱਦਾਂ ਲੱਗਦਾ ਮੈਂ ਘਰ ਹੀ ਹਾਂ। ਕੋਈ ਮੈਨੂੰ ਪ੍ਰੋਬਲਮ ਹੁੰਦੀ ਹੈ, ਕੋਈ ਵੀ ਕਿਸੇ ਤਰ੍ਹਾਂ ਦੀ ਹੈ। ਤੇ ਅੰਕਲ ਜਿਨ੍ਹਾਂ ਦੀ ਤੁਸੀਂ ਕੇਅਰ ਕਰ ਰਹੇ ਹੋ, ਉਹਨਾਂ ਦੀ ਏਜ ਕਿੰਨੀ ਹੋਏਗੀ?
ਸਰ ਏਜ ਉਹਨਾਂ 67 67 ਜੀ ਸਰ। ਓਕੇ। ਤੇ ਸਰ ਤੇ ਅੰਕਲ ਉਹਨਾਂ ਵੀ ਦੀ ਕੋਈ ਬਹੁਤ ਮੈਡੀਕਲ ਕੰਡੀਸ਼ਨ ਹੈ? ਹਾਂਜੀ ਸਰ ਉਹਨਾਂ ਪੈਰਾਲਾਈਜ਼ ਹੋ ਗਿਆ ਸੀਗਾ ਪੈਰਾਲਾਈਜ਼ ਹੋ ਗਿਆ ਸੀ। ਤੇ ਉਸ ਤੋਂ ਬਾਅਦ ਹੁਣ ਸਰ ਉਹਨਾਂ ਦੇ ਬਲੱਡ ਘਟ ਗਿਆ ਸੀ ਜਿੱਦਾਂ ਓਕੇ। hemoglobin। ਤੇ ਘਰੇ ਉਹਨਾਂ ਦੇ ਹੋਰ ਵੀ ਫੈਮਿਲੀ ਮੈਂਬਰਸ ਹਾਂਜੀ। ਫੀਮੇਲਸ ਹੁੰਦੀਆਂ ਨੇ ਜਿਹਦੇ ਕਰਕੇ ਉਹਨਾਂ ਨੇ ਫੀਮੇਲ ਕੇਅਰ ਗਿਵਰ ਰੱਖਿਆ? ਹਾਂਜੀ ਸਰ ਹਾਂਜੀ। ਤੇ Okay. ਉਹਨਾਂ ਦੇ ਜਿੱਦਾਂ ਵਾਈਫ ਹੁੰਦੇ ਆ ਤੇ ਉਹਨਾਂ ਦੀ ਬੇਟੀ ਹੁੰਦੀ ਹੈ, ਉਹ ਸਕੂਲ ਜਾਂਦੇ ਆ, ਟੀਚਰ ਹੈ। ਤੇ ਉਹਨਾਂ ਦੀ ਬੇਟੀ ਦੀ ਕੁੜੀ ਹੈ ਤੇ ਇਸ ਕਰਕੇ ਉਹਨਾਂ ਨੇ ਫੀਮੇਲ ਕੀਤਾ ਹੋਇਆ ਕਿ ਸਾਨੂੰ ਕੁੜੀ ਚਾਹੀਦੀ ਹੈ केयर टेकर। ਤੇ ऐसे मैं थोड़ा सा पॉज लेना चाहूँगा। मैं मतलब जो लोग सुन रहे हैं उनके लिए भी बड़ा इंपॉर्टेंट है ये समझना कि मोस्ट ऑफ द टाइम जब फैमिलीज़ हमें रिक्वेस्ट करती हैं तो इस इंडस्ट्री का, मैं इसको चैलेंज नहीं बोलना चाहूँगा, वैसे तो हेल्थ केयर इंडस्ट्री जो है, जब स्पेशली जो हीना टाइप जो यूथ हैं जब इस इंडस्ट्री में आते हैं तो उनसे ये बाय डिफ़ॉल्ट इनकी ट्रेनिंग का भी पार्ट होता है कि जो आपका पेशेंट है वो जेंडर नहीं देखना कभी, मेल फीमेल कोई भी हो सकता है। लेकिन ये हॉस्पिटल में तो ये प्रैक्टिस बहुत अच्छे से फॉलो होती है, लेकिन जैसे ही होम हेल्थ केयर इंडस्ट्री आती है तो हमारी खुद की पिछले 10 साल का एक्सपीरियंस ये बोलता है कि बच्चे बहुत चूज़ी हो जाते हैं। तो बच्चे एक बार आने के बाद ये डिसाइड करते हैं कि नहीं, हमें तो सिर्फ फीमेल पेशेंट ही करना है और मेल बोलेगा मुझे मेल ही करना है। लेकिन यहाँ पर जैसे हीना ने एग्जांपल बताई तो आई थिंक हीना मैं आपको भी ये बोलना चाहूँगा कि ये आपका बहुत ही वन ऑफ द आई वुड से कि बेस्ट एट्रीब्यूट है कि आपने इस बाउंड्री को समझा कि ये कोई पेशेंट है ना, हाँ जी वो मेल और फीमेल कोई भी हो सकता है। और कई बार फैमिलीज़ की बहुत जेन्युइन नीड्स भी होती हैं। इसमें मैं बच्चे का पर्सपेक्टिव भी समझता हूँ कि कई बार गर्ल्स जो हैं वो थोड़ा सेफ़ फील नहीं करती हैं। उनको लगता है कि हम, क्योंकि हॉस्पिटल में तो फिर भी एक रिस्ट्रिक्टिव एनवायरनमेंट है, लोग देख रहे हैं आपके आसपास हैं, तो घर में कई बार वो ट्रस्ट वाली बात भी होती है कि क्या वो कंफर्टेबल फीमेल को कंफर्टेबल फील भी करा सकते हैं कि नहीं। तो जो अभी हीना आपसे बात कर रही के बता रही हैं ये चीज़, तो आई थिंक हीना, आई थिंक ये प्राइमरीली इसलिए पॉसिबल हो पाता है क्योंकि फैमिली इनको कंफर्टेबल फील करा रही है। और दूसरा बड़ा रीज़न इसलिए भी है क्योंकि उनके घर में बाकी फीमेल मेंबर्स हैं। तो जैसे कि अगर कोई यंग लड़की उनके घर में है मान लीजिए, या फिर उनके अपनी डॉटर इन लॉ हैं, तो उनको लगता है कि अगर कोई लड़का आएगा तो मे बी फैमिली उतना कंफर्टेबल फील ना करे। तो दोनों ही परस्पेक्टिव हैं जिसके लिए सोचना बहुत ज़रूरी है। तो प्लीज़ आप कंटिन्यू करिए। ਸਰ ਮੇਰੇ ਹਿਸਾਬ ਨਾਲ ਤਾਂ ਇਦਾਂ ਹੈ ਕਿ ਜਦੋਂ ਅਸੀਂ ਇਸ ਲਾਈਨ 'ਚ ਪੈਰ ਰੱਖ ਲੈਂਦੇ ਹਾਂ ਨਾ ਤਾਂ ਫਿਰ ਸਾਨੂੰ ਜੈਂਡਰ ਨਹੀਂ ਦੇਖਣਾ ਚਾਹੀਦਾ। ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੂੰਗੀ ਜਿਹੜੇ ਮੇਰੇ ਨਾਲ ਦੇ ਵੀ ਹੈ ਕਿ ਜੈਂਡਰ ਨਾਲ ਸਾਨੂੰ ਨਹੀਂ ਮਤਲਬ ਹੋਣਾ ਚਾਹੀਦਾ, ਸਾਨੂੰ ਸਿਰਫ ਆਪਣੇ ਕੰਮ ਨਾਲ ਮਤਲਬ ਹੋਣਾ ਚਾਹੀਦਾ। ਜੇ ਆਪਾਂ ਕੰਮ ਵਧੀਆ ਕਰਾਂਗੇ ਸਾਡਾ ਪੇਸ਼ੈਂਟ ਵੀ ਵਧੀਆ ਰਹੂਗਾ। ਮੇਰਾ ਪੇਸ਼ੈਂਟ ਇਦਾਂ ਹੈ ਕਿ ਉਹਨਾਂ ਨੇ ਵੀ ਮੈਨੂੰ ਕਦੇ ਕਿਹਾ ਨਹੀਂ ਕਿ ਇਦਾਂ ਅਗਰ ਤੂੰ ਲੇਟ ਆਈ 10 ਮਿੰਟ ਵੀ ਮੈਂ ਲੇਟ ਹੋਇਆ ਕਹਿੰਦੇ ਕੋਈ ਗੱਲ ਨਹੀਂ। ਸਗੋਂ ਮੈਨੂੰ ਤਾਂ ਮੇਲ ਪੇਸ਼ੈਂਟ ਮਤਲਬ ਬਹੁਤ ਵਧੀਆ ਅੰਕਲ ਹੈ, ਮੈਨੂੰ ਆਪਣੇ ਬੱਚਿਆਂ ਵਾਂਗ ਸਮਝਦੇ ਆ। ਪੁੱਤ ਤੂੰ ਕੋਈ ਨਹੀਂ, ਬਹਿ ਜਾ ਆਰਾਮ, ਪਹਿਲਾਂ ਰੈਸਟ ਕਰ ਲੈ, ਗਰਮੀ ਹੈ ਇੱਦਾਂ। ਮਤਲਬ ਮੈਨੂੰ ਮੇਲ ਪੇਸ਼ੈਂਟ ਇਹ ਨਹੀਂ ਕਿ ਫੀਮੇਲ ਹੈ ਮੇਲ ਹੈ, ਪੇਸ਼ੈਂਟ ਹੈ, ਮੇਲ ਹੋਵੇ ਫੀਮੇਲ ਹੋਵੇ। ਸਾਨੂੰ ਉੱਥੇ ਜਦੋਂ ਆਪਾਂ ਨਰਸਿੰਗ ਸਟਾਫ ਫੀਲਡ ਵਿੱਚ ਆਈ ਗਏ, ਚਾਹੇ ਹਸਪੀਟਲ ਵੀ ਹੈ, ਫਿਰ ਉੱਥੇ ਸਾਨੂੰ ਜੈਂਡਰ ਨਾਲ ਮਤਲਬ ਨਹੀਂ ਹੋਣਾ ਚਾਹੀਦਾ। ਸੋ ਮੇਰੇ ਸਾਹ ਮੈਂ ਤਾਂ ਪਹਿਲੇ ਹੀ ਕਿਹਾ ਸੀ ਮੈਨੂੰ ਜਿਹੜਾ ਮਰਜ਼ੀ ਪੇਸ਼ੈਂਟ ਦੇ ਦਿਓ, ਮੇਲ ਦੇ ਦਿਓ, ਫੀਮੇਲ ਦੇ ਦਿਓ। ਔਰ ਉਹਨਾਂ ਦੀ ਵਾਈਫ ਉਹ ਵੀ ਮੈਨੂੰ ਇੱਕਦਮ ਆ ਜਾਂਦੇ, ਮੈਨੂੰ ਕੋਈ ਪ੍ਰੋਬਲਮ ਹੋਵੇ ਨਾ ਉੱਠ ਕੇ ਆ ਜਾਂਦੇ, ਕੀ ਹੋਇਆ ਦੱਸੋ। ਫਿਰ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ। ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਪੇਸ਼ੈਂਟ ਦੇ ਜੈਂਡਰ ਨਾਲ ਨਾ ਜਾਓ, ਤੁਸੀਂ ਆਪਣੇ ਕੰਮ ਨਾਲ ਮਤਲਬ ਆਪਣਾ ਕੰਮ ਬੈਸਟ ਕਰੋਗੇ ਤੇ ਬਸ ਉਹਦੇ ਵਿੱਚ ਸਾਨੂੰ ਫਿਰ ਕੋਈ ਪ੍ਰੋਬਲਮ ਨਹੀਂ ਹੋਊਗੀ। ਕੰਮ ਬੈਸਟ ਹੋਣਾ ਚਾਹੀਦਾ ਸਾਡਾ। ਤੁਸੀਂ ਹੁਣ ਇਹ ਦੱਸੋ ਕਿ ਜਿਹੜੇ ਤੁਸੀਂ ਪੇਸ਼ੈਂਟਸ ਪਿਛਲੇ ਤੁਸੀਂ ਕਿਹਾ ਕਿ ਆਲਮੋਸਟ ਤੁਸੀਂ 6 ਪੇਸ਼ੈਂਟ ਜਾਂ ਫੈਮਿਲੀਜ਼ ਕੋਲ ਗਏ ਹੋ ਅੱਜ ਤੱਕ, ਆਮ ਸ਼ੋਰ ਕਿਤੇ ਨਾ ਕਿਤੇ ਕੋਈ ਦਿੱਕਤ ਵੀ ਆਈ ਹੋਏਗੀ ਤੁਹਾਨੂੰ। ਥੋੜਾ ਤੁਸੀਂ ਉਹਦੇ ਬਾਰੇ ਗੱਲ ਕਰਨਾ ਚਾਹੋਗੇ ਕਿ ਜਿਹੜੀ ਤੁਸੀਂ ਮਤਲਬ, ਮੈਂ ਉਸ ਦਿੱਕਤ ਨੂੰ ਸਿਰਫ ਇਸ ਤਰੀਕੇ ਨਾਲ ਦੇਖਦਾ ਕਿ ਸ਼ਾਇਦ ਇਹ ਸੋਸਾਇਟੀ ਜਾਂ ਉਹ ਫੈਮਿਲੀ ਜਿਹੜੇ ਘਰਾਂ 'ਚ ਸਰਵਿਸਿਜ਼ ਲੈਂਦੀ ਹੈ ਉਹਨਾਂ ਲਈ ਵੀ ਬਹੁਤ ਇੰਪੋਰਟੈਂਟ ਹੈ ਸਮਝਣਾ ਕਿ ਜਿਹੜੇ ਬੱਚੇ ਸਾਡੇ ਘਰਾਂ 'ਚ ਆ ਰਹੇ ਨੇ, ਕੇਅਰ ਕਰਨ ਆ ਰਹੇ ਨੇ, ਉਹਨਾਂ ਦੀ ਵੀ ਕੁਝ ਐਕਸਪੈਕਟੇਸ਼ਨਸ ਹੈ ਫੈਮਿਲੀ ਕੋਲੋਂ। ਇਹਨਾਂ ਦੇ ਬਾਰੇ ਤੁਸੀਂ ਥੋੜੀ ਜਿਹੀ ਗੱਲ ਕਰੋ। ਹਾਂਜੀ ਸਰ, ਉਹ ਇੱਦਾਂ ਹੈ ਸਰ, ਦੇਖੋ ਜਿੱਦਾਂ ਹੁਣ ਆਪਾਂ ਡਿਊਟੀ ਕਰ ਰਹੇ ਹਾਂ ਮਾਰਨਿੰਗ ਡਿਊਟੀ, ਔਰ ਕਈ ਵਾਰ ਇੱਦਾਂ ਹੁੰਦਾ ਕਿ ਈਵਨਿੰਗ ਵਾਲੀ ਜਿਹੜੀ ਨਾਈਟ ਡਿਊਟੀ ਵਾਲੀ ਕੁੜੀ ਹੁੰਦੀ ਉਹ ਛੇਤੀ ਚੱਲ ਜਾਂਦੀ ਹੈ ਤੇ ਫਿਰ ਸਾਨੂੰ ਛੇਤੀ ਕਾਲ ਕੀਤੀ ਜਾਂਦੀ ਤੁਸੀਂ ਇੰਨੇ ਵਜੇ ਪਹੁੰਚ ਜਾਓ। ਸਾਨੂੰ ਇਹ ਨਹੀਂ ਹੈ ਕਿ ਸਾਨੂੰ ਵੀ ਪਤਾ ਸੀ ਡਿਊਟੀ ਜਾਣਾ ਹੈ, ਸਾਡੀ ਕੋਈ ਕੰਪਲੇਂਟ ਨਾ ਆਵੇ, ਬਟ ਕਈ ਵਾਰੀ ਟ੍ਰੈਫਿਕ ਜਾਮ ਲੱਗੇ ਹੁੰਦੇ ਆ, ਰਾਈਡ ਵਗੈਰਾ ਆਟੋ 'ਚ ਅਸੀਂ ਲੇਟ ਹੋ ਜਾਂਦੇ ਹਾਂ, ਕਈ ਵਾਰ ਬਾਰਿਸ਼ ਕਰਕੇ ਸਾਨੂੰ ਲੇਟ ਹੋਣਾ ਪੈਂਦਾ ਹੈ। ਇਸ ਕਰਕੇ ਸਾਨੂੰ ਵੀ ਅਸੀਂ ਇਹ ਐਕਸੈਪਟ ਕਰਦੇ ਹਾਂ ਕਿ ਉਹ ਵੀ ਸਾਨੂੰ ਸਮਝਣ ਕਿ ਚਲੋ ਕੋਈ ਨਹੀਂ, ਠੀਕ ਹੈ 10-15 ਮਿੰਟ ਦਾ ਹੋ ਜਾਂਦਾ ਹੈ। ਕਈ ਵਾਰੀ ਚਲੋ ਮੇਰੇ ਤਾਂ ਜਿੱਥੇ ਮੈਂ ਡਿਊਟੀ ਕਰਦੀ ਉਹ ਤਾਂ ਮੈਨੂੰ ਸਮਝਦੇ ਆ, ਤਾਂ ਮੈਨੂੰ ਖੁਦ ਮੈਡਮ ਕਹਿ ਦਿੰਦੇ ਕੋਈ ਨਹੀਂ, ਬਟ ਸਾਨੂੰ ਉਹਨਾਂ ਨੂੰ ਚਾਹੀਦਾ ਕਿ ਸਾਨੂੰ ਸਮਝਣ। ਤੇ ਬਾਕੀ ਸਰ ਇੱਦਾਂ ਹੁੰਦਾ ਕਿ ਜਿਨ੍ਹਾਂ ਕੋਲ ਆਪਾਂ ਡਿਊਟੀ ਕਰ ਰਹੇ ਉਹਨਾਂ ਨੂੰ ਪਤਾ ਹੀ ਹੁੰਦਾ ਕਿ ਸਾਡਾ ਅਟੈਂਡੈਂਟ ਕਿੱਦਾਂ ਦਾ ਹੈ ਨਾ, ਜਾਣ ਕੇ ਬੋਲ ਰਿਹਾ ਹੈ ਕਿ ਸੱਚ ਵਿੱਚ ਉਹ ਲੇਟ ਹੋ ਰਿਹਾ। ਕਈ ਵਾਰੀ ਸਾਡੀ ਇੱਦਾਂ ਹੋ ਜਾਂਦਾ ਕਿ ਕਈ ਵਾਰ ਸਾਡੀ ਰਾਈਡ ਨਹੀਂ ਹੋ ਰਹੀ ਹੁੰਦੀ, ਰਾਈਡ ਵਾਲਾ ਇੱਕ ਵਾਰ ਤਾਂ ਇੱਦਾਂ ਹੋਇਆ ਸੀ ਮੈਂ ਰਾਈਡ ਕੀਤੀ ਨਾਲ ਹੀ ਉਹਦਾ ਤੇਲ ਮੁੱਕ ਗਿਆ। ਫਿਰ ਸਰ ਇੱਕ ਵਾਰ ਇੱਦਾਂ ਹੋਇਆ ਸੀ ਉਹਨੂੰ ਪੁਲਿਸ ਵਾਲਿਆਂ ਰੋਕ ਲਿਆ, ਉਹਦੇ ਕੋਲ ਲਾਇਸੈਂਸ ਵਗੈਰਾ ਨਹੀਂ ਸੀ, ਉੱਥੇ ਵੀ ਆਪਾਂ ਲੇਟ ਹੋ ਜਾਂਦੇ ਹਾਂ। ਉਹ ਸਾਡੀ ਗਲਤੀ ਹੁੰਦੀ ਨਹੀਂ ਹੈ ਬਟ ਉੱਥੇ ਆਪਾਂ ਲੇਟ ਹੋ ਜਾਂਦੇ। ਮੈਂ ਇਹੀ ਚਾਹੁੰਦੀ ਕਿ ਫੈਮਿਲੀ ਵਾਲੇ ਥੋੜਾ ਇੰਨਾ ਸਮਝਿਆ ਕਰਨ ਕਿ ਕਿਤੇ ਸਾਡੀ ਗਲਤੀ ਨਹੀਂ ਵੀ ਹੁੰਦੀ ਹੈ ਲੇਟ ਹੋਣ ਵਿੱਚ। ਤੇ ਬਾਕੀ ਸਰ ਠੀਕ ਹੈ, ਫੈਮਿਲੀ ਵਾਲੇ ਬਸ ਸਾਨੂੰ ਕੰਫਰਟੇਬਲ ਥੋੜਾ ਫੀਲ ਕਰਵਾਉਣ, ਫਿਰ ਆਪਾਂ
ਆਰਾਮ ਨਾਲ ਕੰਮ ਕਰ ਸਕਦੇ ਹਾਂ ਜੇ ਉਹ ਸਾਨੂੰ ਕੰਫਰਟੇਬਲ, ਕਿਉਂਕਿ ਅਸੀਂ ਬਗਾਨੇ ਘਰ ਜਾਂਦੇ ਹਾਂ, ਜੇ ਉਹ ਸਾਨੂੰ ਕੰਫਰਟੇਬਲ ਫੀਲ ਕਰਵਾਉਣਗੇ ਤਾਂ ਅਸੀਂ ਉੱਥੇ ਆਰਾਮ ਨਾਲ ਕੰਮ ਕਰ ਸਕਾਂਗੇ, ਵਧੀਆ ਬੈਸਟ ਦੇਵਾਂਗੇ ਫਿਰ। ਬਿਲਕੁਲ ਠੀਕ ਕਹਿ ਰਹੇ ਹੋ। ਆਈ ਥਿੰਕ ਮੈਂ ਜਸਟ ਤੁਹਾਨੂੰ ਦੱਸਾਂਗਾ ਕਿ ਜਦੋਂ ਮੇਰੀ ਗੱਲਬਾਤ ਤੁਹਾਡੇ ਨਾਲ ਦੇ ਕੁਝ ਸਾਥੀਆਂ ਨਾਲ ਵੀ ਹੋਈ, ਜਦੋਂ ਕੁਝ ਮੈਂ ਪੁਰਾਣੇ ਹੋਰ ਸਟਾਫ ਨਾਲ ਮਿਲਿਆ, ਤਾਂ ਜੋ ਮੈਂ ਸਮਝਿਆ ਕਿ ਕੁਝ ਕਾਮਨ ਚੀਜ਼ਾਂ ਜਿਹੜੀਆਂ ਅਸੀਂ ਦੇਖਦੇ ਹਾਂ ਕਿ ਸਪੈਸ਼ਲੀ ਅਸੀਂ ਜਦੋਂ ਕਿਸੇ ਦੇ ਘਰ ਜਾ ਕੇ ਉਹਨਾਂ ਦੇ ਪੇਰੈਂਟਸ ਦੀ ਜਾਂ ਗ੍ਰੈਂਡ ਪੇਰੈਂਟਸ ਦੀ ਕੇਅਰ ਕਰਨ ਜਾ ਰਹੇ ਹਾਂ, ਤੇ ਜਿੱਦਾਂ ਫੈਮਿਲੀ ਸਾਡੇ ਤੋਂ ਐਕਸਪੈਕਟ ਕਰਦੀ ਕਿ ਅਸੀਂ ਬੜੇ ਦਿਲ ਨਾਲ ਪਿਆਰ ਨਾਲ ਕੰਮ ਕਰੀਏ, ਐਦਾਂ ਹੀ ਸ਼ਾਇਦ ਤੁਹਾਡੀ ਵੀ ਐਕਸਪੈਕਟੇਸ਼ਨ ਫੈਮਿਲੀ ਤੋਂ ਰਹਿੰਦੀ ਹੈ ਕਿ ਸਾਨੂੰ ਵੀ ਉਹ ਰਿਸਪੈਕਟ ਐਟਲੀਸਟ ਮਿਲੇਗੀ, ਹੈ ਨਾ, ਕਿ ਰਿਸਪੈਕਟ ਬਹੁਤ ਇੰਪੋਰਟੈਂਟ ਹੈ, ਔਰ ਥੋੜਾ ਜਿਹਾ ਕੇਅਰ ਕੰਪੈਸ਼ਨ ਫੈਮਿਲੀ ਸਾਡੇ ਵੱਲ ਵੀ ਰੱਖੇ, ਕਿਉਂਕਿ ਇਹ ਸਾਡਾ ਕੰਮ ਇੱਦਾਂ ਦਾ ਹੈ ਕਿ ਜਿਹੜਾ ਕਿ ਬੋਥ ਵੇ ਹੈ ਕਿ ਜਿੱਦਾਂ ਅਗਰ ਅਸੀਂ ਇਹ ਗੱਲ ਕਰੀਏ ਕਿ ਕੋਈ ਬੰਦਾ ਜੇ ਥੋੜਾ ਵੀ ਇਹ ਸੋਚੇਗਾ ਕਿ ਸ਼ਾਇਦ ਅਸੀਂ ਆਪਣੇ ਘਰੇ ਕੋਈ ਮਤਲਬ ਐਸਾ ਵਰਕਰ ਬੁਲਾਇਆ ਜਿਹਨੂੰ ਮੇਡ ਦੀ ਤਰ੍ਹਾਂ ਵੀ ਟਰੀਟ ਕਰ ਸਕਦੇ ਹਾਂ, ਉਹ ਸੋਚ ਠੀਕ ਨਹੀਂ ਹੈ, ਕਿਉਂਕਿ ਮਤਲਬ ਜਿਲੇ ਪਿਆਰ ਹੁੰਦਾ ਤੇ ਫਿਰ ਉਹ ਕੋਈ ਬਾਉਂਡਰੀ ਨਹੀਂ ਡਿਫਾਈਨ ਕਰਦਾ ਕਿ ਅਗਰ ਮੰਨ ਲਓ ਅਗਰ ਆਪਾਂ ਨੂੰ ਕੋਈ ਦੋ ਚੀਜ਼ਾਂ ਐਕਸਟਰਾ ਵੀ ਕਰਨੀਆਂ ਪੈਣ ਤੇ ਉਹ ਬੰਦਾ ਨਹੀਂ ਸੋਚਦਾ, ਲੇਕਿਨ ਅਗਰ ਅਸੀਂ ਇਹ ਸੋਚਾਂਗੇ ਅਸੀਂ ਡੰਡੇ ਦੇ ਜ਼ੋਰ ਤੇ ਕਹਿ ਕੇ ਕੰਮ ਕਰਾਵਾਂਗੇ ਤੇ ਉਹ ਨਹੀਂ ਹੋ ਸਕਦਾ। ਆਈ ਥਿੰਕ ਉਹ ਗੱਲ ਮੈਂ ਪਹਿਲੇ ਵੀ 1-2 ਵਾਰੀ ਰਿਪੀਟ ਕੀਤੀ ਹੈ ਕਿ ਇਹ ਬਹੁਤ ਇੰਪੋਰਟੈਂਟ ਹੈ ਕਿ ਜਿਹੜਾ ਬੱਚਾ ਤੁਹਾਡੇ ਘਰ ਆ ਰਿਹਾ ਹੈ, ਤੁਸੀਂ ਇਸ ਗੱਲ ਦੀ ਚੀਜ਼ ਦੀ ਨੀਡ ਸਮਝੋ ਕਿ ਉਹਦੇ ਲਈ ਬਹੁਤ ਇੰਪੋਰਟੈਂਟ ਹੈ ਕਿ ਉਹਨੂੰ ਰਿਸਪੈਕਟ ਮਿਲੇ, ਉਹਨੂੰ ਥੋੜਾ ਇੰਡੀਪੈਂਡੈਂਸ ਵੀ ਮਿਲੇ। ਕਈ ਵਾਰੀ ਅਸੀਂ ਇਹ ਵੀ ਹੁੰਦਾ ਕਿ ਮੈਂ ਜਿੱਦਾਂ ਕਈਆਂ ਨਾਲ ਗੱਲ ਕੀਤੀ ਕਿ ਲੋਕ ਬਹੁਤ ਕਲੋਜ਼ਲੀ ਇਹ ਦੇਖਣਾ ਚਾਹੁੰਦੇ ਨੇ ਕਿ ਜਿਵੇਂ 1-1 ਮਿੰਟ ਦਾ ਹਿਸਾਬ ਲੈਣ ਦੀ ਗੱਲ ਹੁੰਦੀ ਹੈ ਕਿ ਬਈ ਤੁਸੀਂ ਬਿਲਕੁਲ ਫ੍ਰੀ ਨਹੀਂ ਬਹਿ ਸਕਦੇ ਹੋ, ਤੁਸੀਂ ਲਗਾਤਾਰ ਹੀ ਕੰਮ ਕਰ ਰਹੇ ਹੋ, ਤੇ ਤੁਸੀਂ ਅਗਰ ਵਿੱਚ ਮੰਨ ਲਓ ਕਿ ਅਗਰ ਵਿੱਚ ਕੋਈ 10 ਮਿੰਟ ਫੋਨ ਵੀ ਫੜ ਲਿਆ ਤੇ ਉਹਦੇ 'ਚ ਵੀ ਕਈ ਵਾਰੀ ਫੈਮਿਲੀ ਇਤਰਾਜ਼ ਕਰਦੀ। ਨੋਟ ਦੈਟ ਕਿ ਮੈਂ ਇਹਦੇ 'ਚ ਮਤਲਬ ਇਹ ਕਹਿਣਾ ਚਾਹਾਂਗਾ ਕਿ ਮਤਲਬ ਕਿ ਆਪਾਂ ਨੂੰ ਫੋਨ ਬਹੁਤ ਜ਼ਿਆਦਾ ਯੂਜ਼ ਕਰਨਾ ਚਾਹੀਦਾ, ਬਿਲਕੁਲ ਵੀ ਫੋਨ ਨਹੀਂ ਯੂਜ਼ ਕਰਨਾ ਚਾਹੀਦਾ, ਲੇਕਿਨ ਇਹ ਵੀ ਚੀਜ਼ ਸਮਝਣਾ ਜ਼ਰੂਰੀ ਕਿ ਜੇ ਕਿਸੇ ਨੂੰ ਜ਼ਰੂਰਤ ਪੈ ਰਹੀ ਹੈ ਕਿਸੇ ਨਾਲ ਜ਼ਰੂਰੀ ਗੱਲ ਕਰਨ ਦੀ, ਐਟ ਦੀ ਐਂਡ ਆਫ ਦਾ ਡੇ ਇਹਨਾਂ ਦੀ ਵੀ ਫੈਮਲੀਜ਼ ਹੈ, ਜਾਂ ਕਈ ਵਾਰੀ ਹੁੰਦਾ ਕਿ ਆਪਣੇ ਮਾਈਂਡ ਨੂੰ ਰਿਲੈਕਸ ਕਰਨ ਵਾਲੀ ਵੀ ਗੱਲ ਹੁੰਦੀ ਕਿ ਜਿਹੜੇ ਆਪਾਂ ਸਾਰੀ ਚੀਜ਼ਾਂ ਦੇਖ ਰਹੇ ਹਾਂ ਤੇ ਵਿੱਚ ਅਗਰ ਅਸੀਂ ਮੰਨ ਲਓ ਕਿ ਅਸੀਂ ਪਿਛਲੇ 1-1.5 ਘੰਟੇ ਤੋਂ ਆਪਣੇ ਪੇਸ਼ੈਂਟ ਨੂੰ ਅਟੈਂਡ ਕੀਤਾ, ਇਸ ਲਈ ਪੇਸ਼ੈਂਟ ਸਾਡਾ 2 ਮਿੰਟ ਕੰਫਰਟੇਬਲ ਹੈ ਤੇ ਅਗਰ ਮੈਂ 5 ਮਿੰਟ ਫੋਨ ਫੜ ਵੀ ਲਿਆ ਤਾਂ ਉਹਦੇ ਸ਼ਾਇਦ ਇਤਰਾਜ਼ ਨਹੀਂ ਹੋਣਾ ਚਾਹੀਦਾ। ਤੇ ਇਸ ਤਰੀਕੇ ਦੀ ਜਿਹੜੀਆਂ ਚੀਜ਼ਾਂ ਨੇ ਫੈਮਲੀਜ਼ ਨੂੰ ਸੋਚਣੀਆਂ ਬਹੁਤ ਇੰਪੋਰਟੈਂਟ ਨੇ ਕਿ ਤਾਂ ਹੀ ਜਿਹੜੇ ਅਸੀਂ ਮਤਲਬ ਇੱਕ ਬੱਚਾ ਜਿਹੜਾ ਘਰ ਆ ਰਿਹਾ ਉਹਦੀ ਵੈਲਿਊਜ਼ ਨੂੰ ਸਮਝਾਂਗੇ ਤਾਂ ਹੀ ਉਹ ਵੀ ਆਪਣੀ ਆਊਟ ਆਫ ਦ ਵੇ ਜਾ ਕੇ ਨੇ। ਸਹੀ ਕਹਿ ਰਿਹਾ ਮੈਂ? ਬਿਲਕੁਲ ਸਹੀ ਸਰ, ਬਿਲਕੁਲ ਸਹੀ। ਹੁਣ ਤੁਸੀਂ ਹਿਨਾ ਇਹ ਦੱਸੋ ਕਿ ਜਿਸ ਤਰ੍ਹਾਂ ਅਗਰ ਅਸੀਂ ਗੱਲ ਕਰੀਏ ਲਾਰਜਲੀ ਕਿ ਤੁਸੀਂ 1.5 ਸਾਲ ਇੱਥੇ ਹੋ ਗਿਆ, ਤੁਸੀਂ ਹੁਣ ਇਹਦੇ 'ਚ ਇੱਕ ਫਿਊਚਰ ਦੇਖਦੇ ਹੋ ਆਪਣਾ, ਮਤਲਬ ਤੁਸੀਂ ਦੇਖਦੇ ਹੋ ਕਿ ਤੁਸੀਂ ਲੌਂਗ ਟਰਮ ਇਸ ਇੰਡਸਟਰੀ ਦਾ ਪਾਰਟ ਬਣਨਾ ਚਾਹੋਗੇ? ਸਰ ਮੈਂ ਤਾਂ ਫਿਊਚਰ ਮੈਂ ਖਤਮ ਕਰਤਾ ਆਪਣਾ ਅੱਗੇ, ਮੈਂ ਚਾਹੁੰਦੀ ਹਾਂ ਕਿ ਮੈਂ ਇਹੀ ਕੰਪਨੀ 'ਚ ਰਵਾਂ, ਠੀਕ ਹੈ, ਜਿੰਨਾ ਚਿਰ ਵੀ ਮੈਂ ਕੰਮ ਕਰਾਂ, ਕਿਉਂਕਿ ਮੈਨੂੰ ਨਾ ਇਹ ਕੰਪਨੀ ਦੇ ਸਭ ਤੋਂ ਵਧੀਆ ਚੀਜ਼ ਇਹ ਲੱਗੀ ਕਿ ਸਾਨੂੰ ਵੱਜ ਕੇ ਨਹੀਂ ਰੱਖਿਆ ਜਾਂਦਾ। ਜਦੋਂ ਵੀ ਅਸੀਂ ਆਪਣੇ ਸੁਪਰਵਾਈਜ਼ਰ ਨਾਲ ਜਾਂ ਤੁਹਾਡੇ ਨਾਲ ਵੀ ਕੋਈ ਗੱਲ ਕਰਦੇ ਹਾਂ, ਸਾਡੀ ਪ੍ਰੋਬਲਮ ਉਸੇ ਟਾਈਮ ਹੱਲ ਕੀਤੀ ਜਾਂਦੀ ਹੈ, ਚਾਹੇ ਉਹ ਡਿਊਟੀ ਚੇਂਜ ਕਰਨੇ ਦੀ ਹੈ, ਚਾਹੇ ਛੁੱਟੀ ਦੀ ਹੈ, ਚਾਹੇ ਸੈਲਰੀ ਦੀ ਹੈ, ਅਸੀਂ ਫੋਨ ਕਰ ਦਿੰਦੇ ਨਾਲ ਹੀ ਸਾਡਾ ਕੰਮ ਹੋ ਜਾਂਦਾ ਹੈ। ਤੇ ਬਾਕੀ ਸਰ ਪੀਜੀ ਦਾ ਸਭ ਤੋਂ ਮੇਨ ਕਿ ਸਾਨੂੰ ਪੀਜੀ ਤੁਹਾਡੇ ਵੱਲੋਂ ਦਿੱਤਾ ਗਿਆ ਹੈ ਔਰ ਇੰਨਾ ਸੇਫਲੀ ਪੀਜੀ, ਸਾਨੂੰ ਉੱਥੇ ਕੋਈ ਪ੍ਰੋਬਲਮ ਨਹੀਂ ਆ, ਮਤਲਬ ਸਾਨੂੰ ਹਰ ਫੈਸਿਲਿਟੀਜ਼ ਦਿੱਤੀਆਂ ਗਈਆਂ, ਆਰਓ ਉੱਥੇ ਲੱਗਾ ਹੋਇਆ, ਫ੍ਰਿਜ ਨਹੀਂ ਤਾਂ ਇਹ ਹੁੰਦੀਆਂ ਨਹੀਂ ਆ ਪੀਜੀ ਵਿੱਚ। ਤੇ ਸਾਡੀ ਪੀਜੀ 'ਚ ਕੋਈ ਪ੍ਰੋਬਲਮ ਹੋਵੇ, ਉਹ ਵੀ ਹਰ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਸਾਡੀ ਹੱਲ ਕੀਤੀ ਜਾਂਦੀ ਹੈ। ਮੈਮ ਖੁਦ ਆਉਂਦੇ ਆ ਪੁੱਛਣ ਵਾਸਤੇ ਕਿ ਕੋਈ ਪ੍ਰੋਬਲਮ ਹੈ ਜਾਂ ਨਹੀਂ ਹੈ। ਮੈਨੂੰ ਇਸ ਕਰਕੇ ਮੈਂ ਆਪਣਾ ਫਿਊਚਰ ਇਸੇ ਕੰਪਨੀ 'ਚ ਦੇਖਦੀ। ਔਰ 2 ਸਾਲ ਹੋ ਗਏ ਮੇਰਾ ਫੋਨ ਖਰਾਬ ਸੀਗਾ, ਮੈਂ ਇਸੇ ਕੰਪਨੀ ਤੋਂ ਆਪਣਾ ਦੇਖੋ ਘਰ ਵੀ ਬਣਾ ਰਹੀ ਹਾਂ, ਸਾਡਾ ਘਰ ਨਹੀਂ ਸੀਗਾ, ਮੈਂ ਘਰ ਬਣਾ ਰਹੀ ਆ, ਮੈਂ ਕੱਲ ਹਲੇ ਫੋਨ ਨਵਾਂ ਲੈ ਕੇ। ਵੈਰੀ ਗੁੱਡ, ਤੇ ਸਰ ਮੈਂ ਤੁਹਾਡੀ ਕੰਪਨੀ ਤੋਂ ਥੈਂਕ ਯੂ ਸਰ, ਥੈਂਕ ਯੂ। ਤੇ ਸਰ ਮੈਂ ਤੁਹਾਡੀ ਕੰਪਨੀ ਤੋਂ ਮੈਂ ਆਪਣੀ ਕੰਪਨੀ ਤੋਂ ਬਹੁਤ ਜ਼ਿਆਦਾ ਮੈਨੂੰ ਹੈ, ਮੈਂ ਇਸੇ ਕੰਪਨੀ 'ਚ ਰਹਿਣਾ ਚਾਹੂੰਗੀ ਫਿਊਚਰ 'ਚ ਵੀ। ਬਟ ਤੁਸੀਂ ਮੈਨੂੰ ਅਗਰ ਇਹ ਦੱਸੋ ਕਿ ਜਿਸ ਤਰ੍ਹਾਂ ਜਿਲੇ ਤੁਸੀਂ +2 ਕੀਤਾ, ਕਦੀ ਵੈਸੇ ਸੋਚਿਆ ਸੀ ਕਿ ਮੈਂ ਕੁਝ ਹੋਰ ਵੀ ਕਰ ਸਕਦੀ ਹਾਂ? ਨਹੀਂ ਸਰ, ਇਹ ਤਾਂ ਨਾ ਜਿੱਦਾਂ ਕੋਰਸ ਨਿਕਲੇ ਸੀਗੇ ਸਰਕਾਰ ਵੱਲੋਂ, ਗੌਰਮੈਂਟ ਵੱਲੋਂ, ਔਰ ਸਾਡੇ ਸਰਪੰਚ ਸਾਹਿਬ ਕੋ ਆਏ ਸੀ। ਫਿਰ ਮੈਨੂੰ ਜਿਹੜੇ ਸਾਡੇ ਦਸੋਇਆ ਦੇ MLA ਸਾਹਿਬ ਹੈ ਨਾ, ਉਹ ਸਾਡੇ ਆਉਂਦੇ ਰਹਿੰਦੇ, ਉਹ ਮੈਨੂੰ ਜਾਣਦੇ ਸੀਗੇ, ਉਹਨਾਂ ਨੇ ਬੋਲਿਆ ਕਿ ਤੂੰ ਕੋਰਸ ਕਰ। ਫਿਰ ਮੇਰੇ ਮੰਮਾ ਕਹਿੰਦੇ ਚਲੋ ਸਾਡੀ ਹੈਲਪ ਬਹੁਤ ਕਰਦੇ MLA ਸਾਹਿਬ, ਕਰ ਲੈ ਇੱਕ ਵਾਰੀ, ਕੋਈ ਗੱਲ ਨਹੀਂ। ਫਿਰ ਉਸ ਤੋਂ ਬਾਅਦ ਸਾਨੂੰ ਇੱਥੇ ਲੈ ਕੇ ਆਏ। ਮੈਨੂੰ ਪਹਿਲਾਂ ਮਹੀਨਾ ਕੁ ਲੱਗਾ ਕਿ ਸ਼ਹਿਰ ਜਿੱਦਾਂ ਦੂਰ ਹੈ, ਮੈਨੂੰ ਥੋੜ੍ਹਾ ਅਨਕੰਫਰਟੇਬਲ ਵੀ, ਬਟ ਮੈਨੂੰ ਕੰਪਨੀ 'ਚ ਕੰਮ ਕਰਕੇ ਇੰਨਾ ਰਿਲੈਕਸ ਫੀਲ ਹੁੰਦਾ ਹੈ, ਸਾਨੂੰ ਕੋਈ ਘੁੱਟਣ ਨਹੀਂ। ਜਿੱਦਾਂ ਕਈ ਕੰਪਨੀਜ਼ ਜ਼ੋਰ ਪਾਉਂਦੀਆਂ, ਨਹੀਂ ਜਿੱਦਾਂ ਮਰਜ਼ੀ ਪੇਸ਼ੈਂਟ ਹੈਂਡਲ ਕਰੋ, ਸਾਨੂੰ ਨਹੀਂ ਮਤਲਬ ਹੈ, ਪੈਸੇ ਤੁਸੀਂ ਲੈਣੇ ਕਰੋ, ਬਟ ਇੱਦਾਂ ਦਾ ਕੋਈ ਨਹੀਂ ਹੈ। ਜਦੋਂ ਕਿਤੇ ਸਾਨੂੰ ਨਹੀਂ ਪੇਸ਼ੈਂਟ ਸਹੀ ਲੱਗਦਾ, ਅਸੀਂ ਅਨਕੰਫਰਟੇਬਲ ਫੀਲ ਹੁੰਦੇ, ਸਾਡੀ ਡਿਊਟੀ ਚੇਂਜ ਕੀਤੀ ਜਾਂਦੀ ਹੈ, ਉਹ ਸਾਡੀ ਪ੍ਰੋਬਲਮਸ ਨੂੰ ਸੁਣਿਆ ਜਾਂਦਾ। ਇਸ ਗੱਲੋਂ ਮੈਨੂੰ ਕੰਪਨੀ ਮੈਂ ਫਿਊਚਰ 'ਚ ਵੀ ਕਰਾਂਗੀ ਜ਼ਰੂਰ। ਚਲੋ ਵੈਰੀ ਗੁੱਡ। ਤਾਂ ਮਤਲਬ ਹੁਣ ਮੈਨੂੰ ਥੋੜ੍ਹਾ ਜਿਹਾ ਦੱਸੋ, ਪਹਿਲੇ ਤਾਂ ਮੈਂ
मैं इस बात से थोड़ा रिलैक्सड हूँ कि इसका मतलब है कि जो बाकी हमारे जो मैनेजमेंट है, जो लोग स्टाफ मैनेजमेंट में है, क्लाइंट मैनेजमेंट में है, वो कहीं कुछ अच्छा काम कर रहे हैं, शायद इसीलिए हिना का ये फीडबैक आ रहा है। बट हिना, आपने देखा होगा कि बहुत से लोग आपके साथ और भी आते हैं जो बहुत ही शॉर्ट टर्म माइंडसेट से, बच्चे ऐसे भी आते हैं जो आज आए कल जा रहे हैं। उनके माइंडसेट के बारे में आप कुछ बात करना चाहोगे या उनको कुछ कहना चाहोगे कि ऐसी जब आपके लिए कुछ चीज़ें आपको अच्छी लगी तो ऐसी क्यों है कि उनकी ऐसी फीलिंग, क्या उन बच्चों के माइंडसेट का प्रॉब्लम है या कंपनी से ऐसी कोई चूक हो रही है जिसमें अभी हमें और काम करने की ਜ਼ਰੂਰਤ ਹੈ? आप उस बारे में कुछ कहोगे? ਨਹੀਂ ਸਰ, ਕੰਪਨੀ ਤੋਂ ਤਾਂ ਨਹੀਂ, ਬਟ ਇਦਾਂ ਹੈ ਕਿ ਜਿੱਦਾਂ ਇੱਕ ਕੁੜੀ ਹੈ ਨਾ ਦੂਸਰੀ ਕੁੜੀ ਨੂੰ ਖਰਾਬ ਕਰਦੀ ਹੈ, ਚਾਹੇ ਝੂਠ ਬੋਲ ਕੇ ਚਾਹੇ ਸੱਚ ਬੋਲ ਕੇ। ਹੁਣ ਮੈਂ ਮੈਨੂੰ ਇੰਨਾ ਚਿਰ ਹੋ ਗਿਆ, ਮੈਂ ਝੂਠ ਕਿਸੇ ਨੂੰ ਕਹਿ ਦਵਾਂ ਕਿ ਮੈਨੂੰ 30,000 ਦੇ ਰਹੇ ਆ, 40,000 ਦੇ ਰਹੇ, ਉਹ ਗਲਤ ਗੱਲ ਹੈ। ਉਹ ਕੁੜੀ ਸੋਚਦੀ ਮੈਨੂੰ ਤਾਂ ਇਹਨਾਂ ਨੇ ਇੰਨਾ ਦੱਸਿਆ, ਇਹਨੂੰ ਇੰਨਾ ਦੇ ਰਹੇ, ਇਸ ਕਰਕੇ ਚੱਲ ਜਾਂਦੀ ਹੈ। ਔਰ ਦੂਜੀ ਗੱਲ ਹੈ ਕਿ ਅਸੀਂ ਪਿੰਡਾਂ ਵਿੱਚੋਂ ਨਿਕਲਦੇ ਹਾਂ, ਅਸੀਂ ਵੀ, ਮੈਂ ਆਪਣੀ ਵੀ ਗੱਲ ਕਰਾਂ ਤੇ ਅਸੀਂ ਆਂਦੇ ਸੋਚਦੇ ਹਾਂ ਕਿ ਅਸੀਂ ਕੁਝ ਵੱਡਾ ਕਰਾਂਗੇ। ਇੰਨੀ ਛੇਤੀ ਆਪਾਂ ਕੁਝ ਨਹੀਂ ਕਰ ਸਕਦੇ, ਸਾਨੂੰ ਹਰ ਚੀਜ਼ ਵਿੱਚ ਟਾਈਮ ਲੱਗਦਾ ਹੈ। ਉਹ ਸਾਨੂੰ ਖੁਦ ਦਾ ਮਾਈਂਡ ਸੈੱਟ ਕਰਨਾ ਪੈਂਦਾ ਹੈ। ਜਦੋਂ ਅਸੀਂ ਨਵੇਂ ਆਏ ਸੀ ਪੀਜੀ ਵਿੱਚ, ਸਾਨੂੰ ਵੀ 2-3 ਦਿਨ ਅਜੀਬ ਲੱਗਾ ਸੀ, ਬਟ ਹੁਣ ਤੁਹਾਨੂੰ ਪੀਜੀ 'ਚ ਇੰਨਾ ਦਿਲ ਲੱਗਦਾ ਹੈ, ਘਰ ਜਾ ਕੇ ਸਾਨੂੰ ਪੀਜੀ ਦੀ ਯਾਦ ਆਉਂਦੀ ਰਹਿੰਦੀ, ਵੀਡੀਓ ਕਾਲ ਕਰਕੇ ਕਦੀ ਪੀਜੀ ਦੇਖਦੇ ਰਹਿੰਦੇ। ਤੇ ਮਤਲਬ ਥੋੜਾ माइंड सेट करना पैंदा है। जे ਅਸੀਂ आ ही गए हैं फिर कुछ करके जाना चाहिए। ये नहीं कि इतों आए हैं 2 दिन। देखो, बहुत ही अच्छी बात बता रही है हिना, अगर आप लोग ध्यान से समझिए इस बात को कि एक तो माइंडसेट जो है वो शॉर्ट टर्म माइंडसेट नहीं, लॉन्ग टर्म माइंडसेट लगाना। और मेरे को लगता है बहुत लंबे लॉन्ग टर्म की भी बात नहीं हो रही है। अगर हिना ने मान लीजिए 1.5 साल भी इसमें कंपनी में लगाया तो कितनी पॉजिटिव बात है कि वो ये बता रही है कि उसने अपना घर भी बनाना शुरू कर दिया है, मोबाइल अपना खुद का ले लिया है। तो ये एक मोटिवेशन की बात होनी चाहिए। और दूसरा, हम लोग जब सोच के आते हैं कंपनी में कि हमें करियर बनाना है, अपना फ्यूचर बनाना है, तो जब हम करियर या फ्यूचर को ना टाइम देना पड़ता है। आई थिंक जो मैंने ही ना प्रॉब्लम एक देखी कि बहुत बच्चा ऐसा भी आता है जिनको ये शायद क्लियर ही नहीं है कि मुझे हेल्थ केयर प्रोफेशनल बनना है या केयर गिवर या नर्स बनना है। तो वहाँ मेरे को लगता है आपकी इनपुट या उनके लिए बहुत इम्पोर्टेंट होगी कि आपको ऐसी क्या मज़ा आया कि जिसके कारण आपने मतलब मैं सिर्फ कंपनी के एक्सपीरियंस की बात नहीं करूँगा, बीइंग ए होम केयर नर्स बन के आपको वो एक ऐसी क्या फीलिंग आती है जो आपको लगता है कि बाकी सारे लोग भी अगर उस चीज़ के बारे में सोचें तो उनको भी हेल्प हो सकती है? ਦੇਖੋ ਸਰ, ਪਹਿਲੇ ਤਾਂ ਇਹ ਹੈ ਕਿ ਉਹ ਜਿਨ੍ਹਾਂ ਨੇ ਵੀ ਸਾਨੂੰ ਰੱਖਿਆ ਹੋਇਆ ਹੈ ਅਟੈਂਡੈਂਟ, ਉਹ ਤਾਂ ਹੀ ਰੱਖਦੇ ਆ ਕਿ ਇਹ ਸਾਡੇ ਪੇਸ਼ੈਂਟ ਨੂੰ ਆ ਕੇ ਦਿਖਣ, ਉਹਦੇ ਨਾਲ ਉਹ ਪੇਸ਼ੈਂਟ ਸਾਡੇ ਨਾਲ ਰਿਲੈਕਸ ਰਵੇ, ਆਪਾਂ ਉਹਦੇ ਨਾਲ ਰਿਲੈਕਸ ਰਹੀਏ। ਤੇ ਜਦੋਂ ਵੀ ਅਸੀਂ ਜਾਂਦੇ ਆ, ਸਾਨੂੰ ਸਾਡਾ ਪੇਸ਼ੈਂਟ ਬੈੱਡ ਤੇ ਲੰਮਾ ਪਿਆ ਕਹਿੰਦਾ ਕਿ ਮੈਂ ਤੈਨੂੰ ਹੀ ਠੀਕ ਰਿਹਾ ਸੀ। ਬਿਲਕੁਲ, ਸਭ ਤੋਂ ਵੱਡੀ ਖੁਸ਼ੀ ਤਾਂ ਉਸ ਟਾਈਮ ਹੀ ਹੁੰਦੀ ਹੈ ਕਿ ਸਾਡੇ ਮਾਪੇ ਵਾਂਗੂ ਇਹ ਵੀ ਸਾਨੂੰ ਢੀਕਦਾ ਪਿਆ ਨਾ। सब तो बड़ी खुशी तो होती है कि कोई सानू ढीक रहा है। तो कितनी बढ़िया बात बोल रही है ये, आप बहुत ध्यान से समझना। और एंड लुक एट द स्माइल एट हर फेस, ये आपको क्लियर बता रही है कि सबसे बड़ी पावर है इस जॉब की। प्लीज जी। तो सर, पहली गल तो वही है कि अगला बंदा सानू ढीक रहा है, खुशी ना कहता भी मैं तेनों ढीकदा सीगा भी तू कदों आना, मैं बैठा ते नाल गल्लां करा। पहली गल तो सर ये है कि दूजी गल ये है कि सानू मैनू तो यही लगता कि हॉस्पिटल विच असीं इन्ना कंफर्टेबल नहीं फील करते जो असीं होम केयर च करते हैं। होम केयर च सानू कोई प्रॉब्लम नहीं है, कोई दिक्कत परेशानी नहीं, आराम नाल असीं काम करांगे, कंफर्टेबल होकर करांगे। ਉਹਨਾਂ ਦੇ ਅਸੀਂ ਪਹਿਲੀ ਗੱਲ ਕਲਾਇੰਟ ਦੀ ਗੱਲ ਕਰਦੇ ਹਾਂ ਤੇ ਕਲਾਇੰਟ ਦੇ ਨਾਲ ਜੇ ਅਸੀਂ ਵੀ ਸਹੀ ਰਵਾਂਗੇ, ਉਹ ਸਾਡਾ ਬਿਲਕੁਲ ਸਹੀ ਰਹੂਗਾ। ਅਸੀਂ ਉਹਨੂੰ ਤੋੜ ਕੇ ਜਵਾਬ ਦੇਵਾਂਗੇ ਨਾ, ਫਿਰ ਅਗਲਾ ਵੀ ਸਾਡਾ ਟਾਈਮ ਨੋਟ ਕਰੂਗਾ। ਜੇ ਅਸੀਂ ਉਹਨਾਂ ਕਹੋਗੇ ਮੈਮ ਕੋਈ ਗੱਲ ਨਹੀਂ, ਤੁਸੀਂ ਅਸੀਂ ਵੀ ਥੋੜਾ ਸਾਂਭ ਕੇ ਗੱਲ ਕਰਾਂਗੇ, ਉਹ ਵੀ ਸੋਚ ਕੇ ਗੱਲ ਕਰਨਗੇ ਸਾਡੇ ਨਾਲ। ਤੇ ਸਰ ਇਦਾਂ ਹੈ ਕਿ ਮੈਂ ਕਈ ਘਰਾਂ 'ਚ ਡਿਊਟੀ ਕੀਤੀ ਹੈ, ਉਹਨਾਂ ਨੇ ਤਾਂ ਮੇਰੀ ਜਿੱਦਾਂ ਕਈ ਵਾਰ ਸੈਲਰੀ ਲੇਟ ਹੋ ਜਾਂਦੀ ਜਾਂ ਕੁਝ ਵੀ ਮੈਨੂੰ ਪੈਸੇ ਦੀ ਪ੍ਰੋਬਲਮ ਹੋਈ, ਉਹਨਾਂ ਨੇ ਤਾਂ ਮੈਨੂੰ ਇਹ ਵੀ ਕਿਹਾ ਕੋਈ ਨਹੀਂ ਤੁਸੀਂ ਲੈ ਕੋਈ ਨਹੀਂ ਬਾਅਦ 'ਚ ਕਰ ਲਾਂਗੇ। ਮਤਲਬ ਇੰਨਾ ਹੈ ਕਿ ਜੇ ਅਸੀਂ ਅਗਲੇ ਨੂੰ ਸਮਝਦੇ ਹਾਂ ਤੇ ਉਹ ਵੀ ਸਾਨੂੰ ਸਮਝਦਾ ਹੈ। ਇਹ ਸਾਡੇ ਖੁਦ ਤੇ ਵੀ ਡਿਪੈਂਡ ਕਰਦਾ, ਅਸੀਂ ਅਗਲੇ ਤੋਂ ਕੱਲੀ ਐਕਸੈਪਟ ਕਰੀਏ ਕਿ ਉਹੀ ਸਾਨੂੰ ਕਰੇ ਵੀ ਗਲਤ ਹੈ ਨਾ। ਕਿ ਜੇ ਉਹ ਸਾਨੂੰ ਇੱਕ ਹੁਣ ਮੇਰੀ ਮੈਮ ਹੈ, ਮੈਨੂੰ ਕਹਿ ਰਿਹਾ ਕਿ ਬੱਚੇ ਬਾਰਿਸ਼ ਹੋ ਰਹੀ ਤੂੰ 10 ਵਜੇ ਤੱਕ ਆ ਜਾਈਂ, ਬਟ ਜਦੋਂ ਉਹਨਾਂ ਨੂੰ ਕੋਈ ਕੰਮ ਹੁੰਦਾ ਮੈਂ ਠੋਕ ਕੇ ਜਵਾਬ ਦੇਵਾਂ ਕਿ ਨਹੀਂ ਮੈਂ ਨਹੀਂ ਕਰਨਾ, ਉਹ ਸਰ ਗਲਤ ਹੋ ਜਾਂਦਾ ਨਾ ਉੱਥੇ। ਕਿ ਜੇ ਉਹ ਸਾਨੂੰ ਤਾੜੀ ਇੱਕ ਹੱਥ ਨਾਲ ਨਹੀਂ ਨਾ ਵੱਜਦੀ, ਜੇ ਅਗਲਾ ਵੀ ਕਰ ਰਿਹਾ ਤੇ ਖੁਦ ਨੂੰ ਵੀ ਥੋੜਾ ਕਰਨਾ ਪੈਂਦਾ। ਇਹ ਨਹੀਂ ਕਿ ਇੱਕ ਦੂਜੇ ਦੀ ਗੱਲਾਂ 'ਚ ਆ ਜਾਓ, ਤੂੰ ਕਿਉਂ ਕੀਤਾ, ਤੂੰ ਇਹ ਨਹੀਂ, ਥੋੜਾ ਆਪਣਾ ਮਾਈਂਡ ਸੈੱਟ ਕਰਕੇ ਕੰਮ ਕਰਨਾ ਪੈਂਦਾ, ਫਿਰ ਹੀ ਅਸੀਂ ਆਪਣੀ ਫੈਮਿਲੀ ਲਈ ਆਪਣੇ ਲਈ ਕੁਝ ਕਰ ਪਾਵਾਂਗੇ। ਇੱਕ ਨਾ ਮੈਂ ਹੋਰ ਗੱਲ ਕਰਨਾ ਚਾਹਾਂਗਾ ਕਿ ਜਿੱਦਾਂ ਅਸੀਂ ਨਾਰਮਲੀ ਜਦੋਂ ਗੱਲ ਕਰਦੇ ਹਾਂ, ਜਦੋਂ ਕੰਪਨੀ ਆਪਣੀ ਸਰਵਿਸਿਜ਼ ਅਟੈਂਡੈਂਟ ਦੀ ਸਰਵਿਸਿਜ਼ ਫੈਮਿਲੀ ਨੂੰ ਸਮਝਾਉਂਦੀ ਹੈ ਤੇ ਅਸੀਂ ਕਹਿੰਦੇ ਹਾਂ ਕਿ ਜਿਹੜਾ ਸਾਡਾ ਅਟੈਂਡੈਂਟ ਆਏਗਾ ਉਹ ਬੇਸਿਕਲੀ ਤੁਹਾਡੇ ਪੇਸ਼ੈਂਟ ਦੀ ਪੂਰੀ ਲੁੱਕ ਆਫਟਰ ਕਰੇਗਾ, ਜਿੱਦਾਂ ਉਹਨਾਂ ਨੂੰ ਖਾਣਾ ਖਵਾਉਣਾ, ਦਵਾਈਆਂ ਦੇਣੀਆਂ ਟਾਈਮ 'ਤੇ, ਕੋਈ ਆਇਲਿੰਗ ਮਸਾਜ ਕਰਨਾ ਹੈ ਜਾਂ ਕਦੀ ਡਾਕਟਰ ਹਸਪੀਟਲ ਲੈ ਕੇ ਜਾਣਾ ਹੈ, ਜਾਂ
ਜਿੱਦਾਂ ਮੋਸਟ ਆਫ ਦਾ ਟਾਈਮ ਫੈਮਿਲੀ ਉਦੋਂ ਡਿਸਾਈਡ ਕਰਦੀ ਜਦੋਂ ਪੇਸ਼ੈਂਟ ਕਾਈਂਡ ਆਫ ਬੈੱਡ ਰਿਡਨ ਹੈਗਾ ਹੈ, ਤੇ ਨੈਚੁਰਲੀ ਗੱਲ ਹੈ ਕਿ ਉਹਨਾਂ ਨੂੰ ਬੈੱਡ ਤੇ ਕਈ ਵਾਰੀ ਨਵਾਉਣਾ ਧਵਾਉਣਾ ਵੀ ਪੈਂਦਾ ਹੈ, ਉਹਨਾਂ ਨੂੰ ਯੂਰਿਨ ਟਾਇਲਟ ਦੀ ਹੈਲਪ ਵੀ ਚਾਹੀਦੀ ਹੁੰਦੀ ਹੈ, ਰਾਈਟ, ਜਾਂ ਉਹਨਾਂ ਦੇ ਲਈ ਅਸੀਂ ਕਦੀ ਜਾ ਕੇ ਕਿਚਨ 'ਚ ਕਿਸੇ ਕੇਸ 'ਚ ਖਾਣਾ ਵੀ ਬਣਾਉਣਾ ਪੈਂਦਾ ਹੈ, ਜਾਂ ਖਾਣਾ ਬਣਾਉਣਾ ਵੀ ਹੈ, ਉਹਨਾਂ ਨੂੰ ਖਵਾਉਣਾ ਵੀ ਹੈ। ਮਤਲਬ ਬੇਸਿਕਲੀ ਆਪਣੇ ਕੋਲੋਂ ਜੋ ਐਕਸਪੈਕਟਡ ਹੈ ਉਹ ਪੇਸ਼ੈਂਟ ਔਰ ਪੇਸ਼ੈਂਟ ਦੇ ਆਸ-ਪਾਸ ਦਾ ਸਾਰਾ ਇਨਵਾਇਰਨਮੈਂਟ ਸੈੱਟ ਕਰਕੇ ਰੱਖਣਾ ਐਕਸਪੈਕਟਡ ਹੈ। ਤੁਹਾਨੂੰ ਕਦੀ ਲੱਗਿਆ ਕਿ ਇਸ ਤਰੀਕੇ ਦੇ ਜੌਬ ਪ੍ਰੋਫਾਈਲ 'ਚ ਕਦੀ ਕਨਫਲਿਕਟ ਆਏ ਨੇ ਕਿ ਜਿੱਦਾਂ ਫੈਮਿਲੀ ਨੇ ਸਾਨੂੰ ਇਹਦੇ ਬਿਯੋਂਡ ਵੀ ਕਿੰਨੀ ਵਾਰ ਹੋਇਆ ਕਿ 6 ਵਾਰੀ ਕਿ ਇਹਦੇ ਤੋਂ ਜ਼ਿਆਦਾ ਵੀ ਕੰਮ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਬਈ ਬੇਟਾ ਤੁਸੀਂ ਇਹ ਵੀ ਕਰ ਦਿਓ, ਤੁਸੀਂ ਇਹ ਵੀ ਕਰ ਦਿਓ, ਔਰ ਕਿੰਨਾ ਵਿਲਿੰਗਲੀ ਤੁਸੀਂ ਉਸ ਚੀਜ਼ ਦੀ ਐਗਰੀ ਕਰਦੇ ਹੋ? ਕਿਉਂਕਿ ਅਸੀਂ ਇਹ ਨੋਟ ਕਰਦੇ ਹੀ ਰਹਿੰਦੇ ਹਾਂ ਕਿ ਕਾਫੀ ਬੱਚੇ ਤੇ ਇਸ ਕਰਕੇ ਵੀ ਮਤਲਬ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਠੀਕ ਨਹੀਂ ਹੋਇਆ, ਬਟ ਤੁਸੀਂ ਪਹਿਲੀਆਂ ਗੱਲਾਂ ਬਹੁਤ ਅੱਛੀਆਂ ਕੀਤੀਆਂ। ਮੈਂ ਕਹਿਣਾ ਚਾਹਾਂਗਾ ਕਿ ਦੇਖੋ ਉਹੀ ਗੱਲ ਹੈ ਕਿ ਐਵਰੀਥਿੰਗ ਇਨ ਦ ਲਾਈਫ ਇਜ਼ ਗਿਵ ਐਂਡ ਟੇਕ, ਹੈ ਨਾ, ਕਿ ਤੁਸੀਂ ਜੇ ਕਿਸੇ ਕੋਲੋਂ ਐਕਸਪੈਕਟ ਕਰ ਰਹੇ ਹੋ ਕਿ ਤੁਹਾਨੂੰ ਕੋਈ ਫੇਵਰ ਕਰੇ, ਉਹ ਤਾਂ ਹੀ ਹੋ ਸਕਦਾ ਜੇ ਤੁਸੀਂ ਵੀ ਕੁਝ ਐਕਸਟਰਾ ਕਰੋਗੇ। ਜਿੱਦਾਂ ਹੁਣ ਮੈਂ ਨਾਰਮਲ ਗੱਲ ਕਰਾਂ ਕਿ ਜਿਹੜੇ ਅਸੀਂ 12 ਘੰਟੇ ਦੀ ਸਰਵਿਸ ਦਿੰਦੇ ਹਾਂ ਤੇ ਅਸੀਂ ਬੜਾ ਸਟ੍ਰਿਕਟਲੀ ਇਹ ਕਹਿੰਦੇ ਹਾਂ ਫੈਮਲੀਜ਼ ਨੂੰ ਵੀ ਕਿ ਸਾਡੇ ਵੱਲੋਂ ਐਜ਼ ਅ ਕੰਪਨੀ ਇਹ ਮੈਂਡੇਟਰੀ ਨਹੀਂ ਹੈ ਕਿ ਬੱਚੇ ਨੂੰ ਖਾਣਾ ਦਿੱਤਾ ਜਾਏ, ਹੈ ਨਾ, ਦਿਨ ਦੀ ਸਰਵਿਸ 'ਚ। ਬਟ ਅਸੀਂ ਬਹੁਤ ਵਾਰ ਐਸਾ ਦੇਖਿਆ ਕਿ ਇੱਕ ਰਿਲੇਸ਼ਨਸ਼ਿਪ ਬੇਸਿਸ ਤੇ ਕਿਉਂਕਿ ਤੁਸੀਂ ਵੀ ਕੁਝ ਅੱਗੇ ਵੱਧ ਕੇ ਦੋ ਚੀਜ਼ਾਂ ਕਰ ਰਹੇ ਹੋ ਤਾਂ ਫੈਮਲੀਜ਼ ਕਈ ਵਾਰੀ ਖਾਣਾ ਆਫਰ ਕਰਦੀਆਂ ਨੇ, ਰਾਈਟ। ਆਈ ਐਮ ਸ਼ੋਰ ਕਿ ਮੇ ਬੀ ਤੁਸੀਂ ਅਜੇ ਵੀ ਜਾ ਰਹੇ ਹੋਗੇ, ਤੁਹਾਡਾ ਵੀ ਕੋਈ ਐਸਾ ਰਿਲੇਸ਼ਨ ਬਣ ਗਿਆ ਹੋਏਗਾ ਅਜੇ ਤੱਕ। ਤੇ ਲੇਕਿਨ ਕੀ ਹੁੰਦਾ ਹੈ ਕਿ ਜਿਹੜੇ ਬੱਚਾ ਅੱਗੋਂ ਦੀ ਤੁਸੀਂ ਕਿਹਾ ਨਾ ਜਿਵੇਂ ਵੱਧ ਕੇ ਅੱਗੇ ਜਵਾਬ ਦੇ ਰਿਹਾ ਕਿ ਅਗਲਾ ਤਾਂ ਤੁਹਾਨੂੰ ਜੋ ਉਹਦੇ 'ਤੇ ਨਹੀਂ ਵੀ ਡਿਪੈਂਡ ਕਰਦਾ ਤਾਂ ਵੀ ਦੇ ਰਿਹਾ, ਬਟ ਜਿੱਲੇ ਉਹ ਤੁਹਾਨੂੰ ਕੋਲੋਂ ਇੱਕ ਚੀਜ਼ ਐਕਸਟਰਾ ਕਰਦੇ ਨੇ ਤੁਸੀਂ ਉਹਨੂੰ ਪੱਟ ਕੇ ਜਵਾਬ ਦੇ ਦਿੰਦੇ ਹੋ ਤਾਂ ਨੈਚੁਰਲੀ ਉਹਨਾਂ ਨੂੰ ਵੀ ਲੱਗਦਾ ਕਿ ਨਾ ਕੀਤਾ ਜਾਏ। ਪਲੀਜ਼ ਇਹਦੇ ਬਾਰੇ ਕੁਝ ਕੀ ਕਹਿਣਾ ਚਾਹੋਗੇ? ਹਾਂਜੀ ਸਰ, ਇੱਦਾਂ ਹੈ ਕਿ ਜਿੱਦਾਂ ਹੁਣ ਕਈ ਵਾਰ ਇੱਦਾਂ ਹੁੰਦਾ ਕਲਾਇੰਟ ਨੇ ਕਿਤੇ ਜਾਣਾ ਹੁੰਦਾ ਕੋਈ ਪਾਰਟੀ ਤੇ, ਬਰਥਡੇ ਤੇ ਜਾਂ ਕੋਈ ਵੈਡਿੰਗ ਤੇ, ਤਾਂ ਉਹ ਸਾਨੂੰ ਬੋਲ ਦਿੰਦੇ ਆ ਕਿ ਬੱਚੇ ਤੂੰ ਘਰ ਪੇਸ਼ੈਂਟ ਕੋ ਅੱਧਾ ਘੰਟਾ ਥੋੜਾ ਜ਼ਿਆਦਾ ਰੁਕ ਜਾਈਂ, ਕੱਲ ਥੋੜਾ ਲੇਟ ਆ ਜਾਈਂ। ਤੇ ਅਸੀਂ ਬੋਲ ਦਿੰਦੇ ਨਹੀਂ ਮੈਮ, ਜਿੱਦਾਂ ਉਹ ਚੱਲ ਜਾਂਦੇ ਅਸੀਂ ਪੇਸ਼ੈਂਟ ਨੂੰ ਇਕੱਲਾ ਛੱਡ ਕੇ ਆ ਜਾਂਦੇ ਹਾਂ, ਇਹ ਸਾਡੇ ਲਈ ਗਲਤ ਹੈ। ਜੇ ਉਹ ਸਾਨੂੰ ਰਿਸਪੌਂਸਿਬਿਲਿਟੀ ਦਿੰਦੇ ਆ ਤੇ ਸਾਨੂੰ ਸਮਝਣੀ ਚਾਹੀਦੀ ਹੈ ਉੱਥੇ ਟਾਈਮਿੰਗ ਦਾ ਨਹੀਂ ਹੈ, ਜੋ ਸਾਡੀ ਡਿਊਟੀ ਹੈ, ਜੋ ਸਾਡੇ ਇਮੋਸ਼ਨਸ ਵੀ ਬੰਦੇ ਦੇ ਅਟੈਚ ਹੁੰਦੇ ਆ ਨਾ, ਤੇ ਸਾਨੂੰ ਡਿਊਟੀ ਸਮਝਣੀ ਚਾਹੀਦੀ। ਜੇ ਉਹ ਸਾਨੂੰ ਬੋਲ ਰਿਹਾ ਹੈ ਕੁਝ ਸਮਝ ਕੇ ਬੋਲ ਰਿਹਾ ਹੈ ਨਾ, ਔਰ ਅੱਜ ਕੱਲ੍ਹ ਇੱਕ ਦੂਜੇ ਤੇ ਯਕੀਨ ਕਰਨਾ ਬਹੁਤ ਮੁਸ਼ਕਿਲ ਹੈ। ਅਗਲਾ ਸਾਨੂੰ ਯਕੀਨ ਕਰਕੇ ਕਹਿ ਰਿਹਾ ਕਿ ਤੂੰ ਮੇਰੇ ਘਰ ਇੰਨਾ ਚਿਰ ਬਹਿ ਜਾਈਂ ਤੇ ਸਵੇਰ ਨੂੰ ਤੂੰ 1 ਘੰਟਾ ਲੇਟ ਆ ਜੀ, ਕੋਈ ਗੱਲ ਨਹੀਂ। ਉਹ ਤਾਂ ਸਰ ਜੇ ਡਿਊਟੀ ਕੋਈ ਰਿਸਪੌਂਸਿਬਿਲਿਟੀ ਦਿੰਦਾ ਹੈ ਉਹ ਸਾਨੂੰ ਸਮਝਣੀ ਚਾਹੀਦੀ ਹੈ। ਤੇ ਦੂਜੀ ਸਰ ਇਹ ਹੈ ਕਿ ਜੇ ਕੋਈ ਸਾਨੂੰ ਘਰ ਦਾ ਐਕਸਟਰਾ ਕੰਮ ਕਰਨ ਲਈ ਕਹਿੰਦਾ ਹੈ ਤੇ ਉਹ ਅਸੀਂ ਜੇ ਉਹ ਸਾਨੂੰ ਫੋਰਸਫੁਲੀ ਕਹਿ ਰਿਹਾ ਹੈ ਤੇ ਉਹ ਸਰ ਉਹ ਤਾਂ ਫਿਰ ਗਲਤ ਹੈ ਉਹਦੇ ਲਈ, ਉਹ ਸਾਨੂੰ ਮਤਲਬ ਨਹੀਂ ਕਰਨਾ ਚਾਹੀਦਾ। ਠੀਕ ਹੈ, ਤੁਹਾਨੂੰ ਇਹ ਦਿੱਕਤ ਆਈ ਕਦੀ ਅੱਜ ਤੱਕ? ਨਹੀਂ ਸਰ, ਮੈਨੂੰ ਤਾਂ ਨਹੀਂ ਆਈ ਹਾਲੇ ਤੱਕ। ਮੇਰੀ ਇੱਕ ਫਰੈਂਡ ਸੀ, ਉਹਨਾਂ ਨੂੰ ਆਈ ਸੀਗੀ, ਉਹਨਾਂ ਨੇ ਦੀਪਾ ਮੈਮ ਨੂੰ ਬੋਲਤਾ ਸੀ ਤਾਂ ਦੀਪਾ ਮੈਮ ਨੇ ਉੱਥੇ ਕੰਮ ਮਤਲਬ सेट करता सी, उन्होंने दोबारा नहीं किया कभी। दीपा मैम ने वो मतलब करता सी। या मैं सिर्फ इतनी सी बात बोलना चाहूँगा कि देखिए एज अ फैमिली भी अगर आप सुन रहे हैं इसको या आप एज ए केयर गिवर सुन रहे हैं, दोनों के पॉइंट ऑफ व्यू से इम्पॉर्टेंट है। बात फिर एक रिलेशनशिप की हो रही है कि अगर हम गिव एंड टेक की जो बात अभी हिना ने बोली, अगर तो हम एक्सपेक्ट कर रहे हैं कि बच्चा कोई एक्स्ट्रा काम कर दे, वो एक्स्ट्रा काम ऐसा पहली बात तो नहीं होना चाहिए जो उनकी डिग्निटी के अगेंस्ट हो, कि जैसे कि अगर उन्होंने भी एक पढ़ाई करी है, एक बैकग्राउंड से आ रहे हैं, एक जॉब प्रोफाइल है, अगर हम एक ऐसी ही बात बोलने वाले हैं कि जैसे कि एग्जांपल अगर मैं ले रहा हूँ कि जैसे कि हम ये एक्सपेक्ट करते हैं कि आज वो हमारी मेड घर पे नहीं आई है तो मेड वाला काम कर दें, तो मेरा मानना है कि इस चीज़ के लिए जब तक कि वो विलिंगली खुद नहीं बोल रहे, कई बार क्या होता है कि हम इमोशनली एक फैमिली का पार्ट ही बन जाते हैं कि इमोशंस इतने हाई हो जाते हैं कि हमें आज फ़र्क ही नहीं फील हो रहा। कि ऐसे तो मैं अगर अपनी भी बात करूँ तो मैं भी अगर अपने घर में होऊंगा और आज मेरे घर पे नहीं आया, मेरे पास अगर मेरे ओल्ड एज मदर बैठे हैं तो मुझे भी नहीं अच्छा लगेगा कि मेरे मदर मेरे बिहाफ पे करेंगी जबकि वो मेरी खुद की भी ड्यूटी की मैं करूँ। तो जब तक बच्चे के ऐसे इमोशंस ना बन जाएं आपके साथ रिलेशन, तो उनको फोर्स ना किया जाए कि ये काम करें। हो सकता है कि उनका आपके साथ रिलेशन और बॉन्ड ऐसा बन गया कि वो खुद से ही बोल दें कि आंटी आप रहने दो, मैं कर देती हूँ, है ना। तो वो एक रिलेशन की बात है जिसको रिस्पेक्ट, और बच्चों के जो ये केयर गिवर्स भी इस चीज़ को सुन रहे हैं उनके लिए भी ये बहुत इंपॉर्टेंट है समझना कि हम लोग एकदम से बाउंड्रीज मत डिफाइन करें। हाई लेवल बाउंड्रीज ऑलरेडी कंपनी ने डिफाइन की हैं, लेकिन अगर कहीं आपको आगे से ऐसा प्यार रिस्पेक्ट मिल रहा है और कहीं आपको फ्लेक्सिबिलिटी भी मिलती है, जैसे आपको फूड भी फैमिली से मिल रहा है, आपको कभी कभी वो ये भी अलाउ कर देते हैं कि आपने जैसे हिना की एग्जांपल्स में ही आप देखिए कि अगर फैमिली मान लीजिए कई बार लेट आने पे भी कोई रिस्ट्रिक्शन नहीं लगा रही है, वो समझती है कोई लॉजिकल रीज़न होगा, कभी ज़रूरत पड़ने पे उन्होंने अपनी तरफ से मतलब पैसा या एडवांस देने की भी बात करी, तो ये बड़े इंपॉर्टेंट फैक्टर्स हैं। इससे बढ़ के हमें लाइफ में और क्या चाहिए होता है, तो इसमें फिर हम अपने आप को बाउंड्रीज नहीं डिफाइन कर सकते हैं, राइट हिना? हाँ जी सर, बिल्कुल। हिना, आई थिंक आप कुछ भी और बोलना चाहते हो? आई थिंक हमने लार्जली अपनी सारी बातें कर ली हैं। आप कोई और बात करना चाहो तो मैं ਜ਼ਰੂਰ ਸੁਣਨਾ ਚਾਹਾਂਗਾ। ਹਾਂਜੀ ਸਰ, ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਇਸ ਕੰਪਨੀ 'ਚ ਮੈਨੂੰ ਇਹ ਸਭ ਤੋਂ ਵਧੀਆ ਚੀਜ਼ ਇਹ ਲੱਗਦੀ ਹੈ ਕਿ ਅਸੀਂ ਇਸ ਕੰਪਨੀ 'ਚ ਬਿਲਕੁਲ ਸੇਫ ਹਾਂ। ਚਾਹੇ ਆਪਾਂ ਡਿਊਟੀ ਤੇ ਹਾਂ, ਚਾਹੇ ਅਸੀਂ ਕੰਪਨੀ 'ਚ ਵਿੱਚ ਆ ਗਏ ਹਾਂ ਜਾਂ ਅਸੀਂ ਪੀਜੀ ਤੇ।
ਕਿਉਂਕਿ ਮੈਂ ਕਈ ਕੰਪਨੀ 'ਚ ਕੁੜੀਆਂ ਆਈਆਂ ਸੀ, ਮੇਰੇ ਕਾਲਜ ਦੀਆਂ ਆਈਆਂ ਸੀ, ਮੇਰੇ ਨਾਲ ਦੀਆਂ, ਮੈਨੂੰ ਜਾਣਦੀਆਂ ਸਾਰੀਆਂ, ਤੇ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਅਸੀਂ ਇਹ ਕੰਪਨੀ 'ਚ ਗਏ ਹਾਂ, ਸਾਨੂੰ ਇੱਦਾਂ ਹੋਇਆ, ਉਹ ਕੰਪਨੀ ਸਾਡੇ ਨਾਲ ਬਦਤਮੀਜ਼ੀ ਹੋਈ। ਬਟ ਇਸ ਗੱਲ ਤੋਂ ਇਹ ਕੰਪਨੀ ਮੈਂ ਉਹਨਾਂ ਨੂੰ ਖੁਦ ਕਹਿੰਦੀ ਕਿ ਮੈਂ ਗਾਰੰਟੀ ਲੈਣੀ, ਤੁਸੀਂ ਇੱਧਰ ਆ ਜਾਓ, ਠੀਕ ਹੈ। ਤੇ ਮੈਂ ਇੱਦਾਂ ਕਹਿ ਕੇ ਕਈ ਕੁੜੀਆਂ ਬੁਲਾਈਆਂ ਵੀ ਹੈ। ਥੈਂਕ ਯੂ ਸੋ ਮਚ। ਥੈਂਕ ਯੂ ਸਰ। ਇਹ ਤਾਂ ਸਾਡਾ ਹੀ ਹੈ ਕਿ ਸਾਡੇ ਨਾਲ ਕੋਈ ਵੀ ਸਾਡਾ ਸਾਥ ਹੋ ਜਾਂਦਾ ਹੈ। ਤੇ ਸਰ ਮਤਲਬ ਕੁੜੀਆਂ ਨਾ ਇਹ ਕੰਪਨੀ 'ਚ ਬਹੁਤ ਸੇਫ ਹੈ, ਬਿਲਕੁਲ ਸੇਫ ਹੈ। ਆਪਣੇ ਘਰ ਵਾਂਗੂ ਅਸੀਂ ਕੰਮ ਕਰ ਸਕਦੇ ਹਾਂ, ਘਰ ਵਾਂਗੂ ਸਾਡੇ ਸੁਪਰਵਾਈਜ਼ਰ ਸਾਡੀ ਗੱਲ ਸੁਣਦੇ ਆ ਕਿ ਜਿੱਦਾਂ ਸਾਡੇ ਫਰੈਂਡਲੀ ਹੋ ਕੇ ਸਾਡੀ ਗੱਲ ਸੁਣਦੇ, ਬਿਲਕੁਲ ਸਾਡੀ ਪ੍ਰੋਬਲਮ ਸੁਣਦੇ, ਇਹ ਨਹੀਂ ਕਿ ਸਾਡੀ ਪ੍ਰੋਬਲਮ ਨਹੀਂ ਸੁਣਦੇ, ਜਾਂ ਤੁਹਾਨੂੰ ਪੇਸ਼ੈਂਟ ਹੈਂਡਲ ਕਰਨਾ ਹੀ ਪੈਣਾ ਹੈ ਜੋ ਵੀ ਦਿੱਤਾ ਹੈ। ਤੇ ਸਰ ਇਸ ਗੱਲ 'ਚ ਮੈਂ ਬਹੁਤ ਸੇਫ ਫੀਲ ਕਰਦੀ ਹਾਂ ਕਿ ਠੀਕ ਹੈ ਵੀ ਸਾਡੀ ਗੱਲ ਆਰਾਮ ਨਾਲ ਸੁਣੀ ਜਾਂਦੀ। ਜੇ ਪੀਜੀ 'ਚ ਵੀ ਸਾਨੂੰ ਕੋਈ ਪ੍ਰੋਬਲਮ ਆਉਂਦੀ, ਸਾਡਾ 1 ਵਜੇ 2 ਵਜੇ फ़ोन ਚੱਕਿਆ ਜਾਂਦਾ है। इस गल तो मैं बहुत वधिया मैनूं लगता है। और साडा या मैं अपनी इंटरनल टीम का भी थैंक्स करना चाहूँगा कि आई थिंक आप सब लोग बहुत अच्छा काम कर रहे हो। जैसे जो कुछ नाम सामने आ रहे हैं, चाहे वो स्टाफ मैनेजमेंट टीम में दीपा है, अमृता है, या बाकी टीम है ना, सौरभ सर हैं, बाकी लोग हैं, सबको बहुत बड़े थैंक्स है कि अगर हिना या बाकी सब लोग इस तरीके से सोच रहे हैं। प्लीज़ हाँ जी। हाँ जी सर। तो बाकी सानू कोई ड्यूटी ते प्रॉब्लम आती है, उस टाइम भी दीपा मैम नाल गल करिए जां अमृता मैम नाल गल करिए, साडी सॉल्व की जाती है। और सानू एडवांस भी दे दिता जाता है कि सानू एडवांस की लोड़ होवे। तो बस सर यही है कि वधिया फैसिलिटीज़ हैगियां सारियां। मतलब मैनू घुटन बिल्कुल नहीं महसूस होती। मैं अपनी गल करा तो मैं जदों दी कंपनी ज्वाइन की है, देखो सर असीं भी छोटे छोटे पिंडां तो आए हैं ना, तो उत्थे सानू इन्ना कुछ नहीं मिलता देखण नूं सीखण नूं जो सानू इस कंपनी च आके सीखण नूं मिलिया। काफ़ी चीज़ां मैं सीखियां इत्थे आके। चलो बहुत अच्छी गल है। यही साडे लई सब तो वड्डी उपलब्धि होगी। साडा मेरा पर्सनल विजन हमेशा यही रहा कि देखो ਉਹੀ कि ਇੱਕ ਤਾਂ ਅਸੀਂ ਜਿਹੜੀ ਫੈਮਲੀਜ਼ ਨੂੰ ਸਰਵਿਸ ਦੇ ਪਾ ਰਹੇ ਹਾਂ ਤੁਹਾਡੇ ਮਾਧਿਅਮ ਤੋਂ, ਉਹ ਸਾਡੇ ਲਈ ਇੱਕ ਬਹੁਤ ਵੱਡਾ ਸਕੂਨ ਦਾ ਵਿਸ਼ਾ ਹੈ। ਲੇਕਿਨ ਸ਼ਾਇਦ ਉਸ ਤੋਂ ਵੀ ਵੱਡਾ ਜੋ ਮੈਂ ਪਰਸਨਲ ਗ੍ਰੈਟੀਫਿਕੇਸ਼ਨ ਫੀਲ ਕਰਦਾ ਕਿ ਜਿੱਲੇ ਮੈਂ ਦੇਖਦਾ ਕਿ ਤੁਹਾਡੇ ਵਰਗੇ ਬੱਚੇ ਜਿਹੜੇ ਪਿੰਡਾਂ ਤੋਂ ਨਿਕਲ ਕੇ ਇੱਕ ਇਸ ਚੀਜ਼ ਦੀ ਵੈਲਿਊ ਔਰ ਇੰਪੋਰਟੈਂਸ ਸਮਝਦੇ ਨੇ ਕਿ ਉਹਨਾਂ ਨੂੰ ਇੱਕ ਕਰੀਅਰ ਓਪਰਚੁਨਿਟੀ ਮਿਲੀ ਹੈ, ਉਹ ਇਸ ਰਿਸਪੌਂਸਿਬਿਲਿਟੀ ਨੂੰ ਲੈਣ ਲਈ ਤਿਆਰ ਨੇ। ਕਿਉਂਕਿ ਦੇਖੋ ਇੱਕ ਅਗੇਨ ਮਿਊਚੁਅਲ ਵਾਲੀ ਗੱਲ ਹੈ ਕਿ ਜਿੱਲੇ ਜਿਹੜੀ ਫੈਮਲੀਜ਼ ਹੈ ਦੇ ਆਰ ਲੁਕਿੰਗ ਐਟ ਅਸ, ਉਹ ਸਾਡੇ ਕੋਲੋਂ ਸਰਵਿਸਿਜ਼ ਮੰਗਣ ਆਉਂਦੇ ਨੇ, ਉਦੋਂ ਸ਼ਾਇਦ ਤੁਹਾਨੂੰ ਨਹੀਂ ਜਾਣਦੇ ਨੇ। ਉਹਨਾਂ ਨੇ ਕੰਪਨੀ ਦੀ ਕ੍ਰੈਡੀਬਿਲਿਟੀ ਦੇਖੀ ਕਿ ਪਿਛਲੇ 10 ਸਾਲ ਤੋਂ ਕੰਪਨੀ ਅਗਰ ਐਗਜ਼ਿਸਟ ਕਰ ਰਹੀ ਹੈ ਤੇ ਕਰ ਰਹੀ ਹੈ। ਲੇਕਿਨ ਫੈਮਲੀ ਐਟ ਦੀ ਐਂਡ ਆਫ ਦ ਡੇ ਕੰਪਨੀ ਵੀ तो मतलब साडे जिहड़ा स्टाफ हुंदा है, केयर गिवर्स हुंदा है, उहदे ते ही एक ट्रस्ट वैल्यू सिस्टम दे बेस ते अगे भेजदी है। और बहुत डिपेंड करता है कि तुसीं किद्दां काम करदे हो, क्योंकि तुहाडे कोलों अगर बाई चांस गलती हो जाती है वो किते ना किते कंपनी की ब्रांड इमेज नूं भी खराब करती है, राइट। आई थिंक बहुत बहुत थैंक्स करना चाहांगा कि तुसीं इन्ना ज़्यादा चीज़ों को समझते हो, बाकियां नूं भी प्रेरित कर रहे हो। यहाँ आप लोगों से सब मैं फिर से एक लास्ट टुवर्ड्स दी एंड ये 2-4 बातें करना चाहूँगा कि देखिए ये इंडस्ट्री मैंने शायद बहुत बार रिपीट कर दिया है, बट मैं फिर भी मेरा दिल नहीं भरता इस बात को करने के लिए कि ये समझो कि जो लोग इन सर्विसेज को लेना चाह रहे हैं वो बहुत नीड में हैं इन सर्विसेज को लेके, राइट। तो यूज़फुल सर्विसेज हैं। आप कभी ये मत सोचिए कि आप किसी की लाइफ में चेंज ला रहे हैं। वो जैसे इन्होंने बताया ना कि अंकल डेली वेट करते हैं हैप्पीली कि हीना आएगी तो उनके 4 काम जो दिन के उनके जो एक्सपेक्टेड हैं वो होंगे, राइट। सो ये बहुत बड़ी ब्लेसिंग है आपकी लाइफ में कि आप इस प्रोफेशन का पार्ट बन रहे हैं। इसकी वैल्यू को समझिए, इसकी डिग्निटी को समझिए, और मतलब अगर ये अपॉर्चुनिटी मिल रही है तो इसको मिसयूज़ ना किया जाए। क्योंकि मिसयूज़ मैं वर्ड सिर्फ तब यूज़ करता हूँ कि जहाँ बच्चे जाके सिर्फ ये, क्योंकि मैंने बहुत से बच्चों को देखा जब इस इंडस्ट्री के बारे में वो सोचते हैं तो उनको लगता है कि मतलब एक बड़े कॉमन वर्ड मैं सुनता हूँ कि कुछ भी नहीं करना होंदा, तो जाके बहना ही तो है, आप AC चलता होना है, आप जाके बस, या जेडे कई बच्चे आते हैं यू नो दे वुड लिटरली टॉक अबाउट कि बस रात की ड्यूटी तो करनी है, कुछ नहीं उत्थे जाना है, आंटी को उत्थे कुछ खुआया तो नाल ही जाके सो गए। ये थॉट प्रोसेस आपका नहीं होना चाहिए। बिकॉज आप समझिए कोई भी जॉब आप अपनी लाइफ में करेंगे, ये प्रोफेशन जो है, पहली बात तो इस मामले में ब्लेस्ड प्रोफेशन है कि आप आपकी क्वालिफ़िकेशन, प्लीज़ मैं आप इसको गलत मत लीजिए, लेकिन ये समझिए कि आपने बहुत बड़ी पढ़ाई नहीं करी है, आपने अभी भी 10+2 ही करा है। यहाँ लोग वो भी हैं मार्केट में जिन्होंने ग्रेजुएशंस या पोस्ट ग्रेजुएशंस भी करी हैं, उनको भी कितने कितने धक्के खाने पड़ते हैं। कई बार लोग मतलब सुसाइडल तक केस बन गए हैं। लेकिन हमें अगर आज ये अपॉर्चुनिटी मिली है कि 10+2 लेवल पे ही ऐसा जॉब प्रोफेशन निकल के आया, तो इसकी वैल्यू करना हमारे अपने हाथ में है। अगर ये वैल्यू आप इस तरीके से करेंगे कि आप ये सोचेंगे कि ये जॉब कुछ है ही नहीं है, बस जाके बैठना है, तो फिर वो बहुत ही शॉर्ट टर्म थॉट है। उसमें 2 ही चीज़ें होंगी, या तो आप खुद ही बहुत जल्दी छोड़ देंगे जो आप छोड़ते भी हैं, और दूसरा
आपको कंपनी अपनी तरफ से मना कर देगी, क्योंकि जब आपकी फीडबैक ही पॉजिटिव नहीं आ रही है, जो आपका मेन रीज़न है ये काम करने का, वो रीज़न ही फुलफिल नहीं हो रहा, तो वो कभी भी आगे नहीं जा सकता। तो अपनी इस सोच को बदलना बहुत ज़रूरी है। हीना टाइप लोग जो हैं, यूथ जो हैं, ये इस चीज़ की एक बहुत ही बढ़िया मिसाल हैं कि जिन्होंने ये प्रूव किया है कि क्यों इस इंडस्ट्री में आना चाहिए और आपको अपना फ्यूचर देखना चाहिए, राइट। तो यही कहते हुए मैं हीना आपको बहुत बहुत थैंक्स करना चाहूँगा, एंड आई विश यू अ ग्रेट फ्यूचर। आपको आई एम श्योर कि मेरी पर्सनल विश लिस्ट यही होगी कि आप हमारे साथ जब तक कंपनी चल रही है हमेशा चलती रहे, आप भी हमारे साथ हमेशा चलते रहें। यही कह के आपको बेस्ट विशेस देना चाहूँगा। थैंक यू सो मच।